डॉक्टर हरीश बतराज फिर तुहाडा हफ्तावारी प्रोग्राम सोच दा सफर लैके हाजिर हाँ। जिस तरह तुहानूं पता है कि इस प्रोग्राम दे विच मैं पहलां अपनी किताब विज्ञानी बाबे विचों एक लेख पढ़दा, एक जीवनी पढ़दा, तो फिर तुहाडे टैलीफोन दे राहीं आपां उस जीवनी ते संवाद रचाउण दी कोशिश करदे हां। तो जिहड़े नुकते मैं कुछ उहदे विच उठाए हुंदे है जानी कि जां कुछ नुकते नहीं उठाए हुंदे उन्हां बारे भी आपां गल करदे हां। ਇਹ ਸੰਵਾਦ ਰਚਾਉਣ ਦੇ ਲਈ ਜਿਹੜਾ ਸਾਡਾ ਟੈਲੀਫੋਨ ਨੰਬਰ ਹੈਗਾ ਉਹ ਸਕਰੀਨ ਦੇ ਥੱਲੇ ਵੀ ਆ ਰਿਹਾ ਹੈਗਾ 0300 770 2246। ਜੇ ਤੁਸੀਂ ਬਰਤਾਨੀਆ ਤੋਂ ਬਾਹਰ ਤੋਂ ਟੈਲੀਫੋਨ ਕਰ ਰਹੇ ਤਾਂ ਫਿਰ ਤੁਹਾਨੂੰ ਇੰਟਰਨੈਸ਼ਨਲ ਕੋਡ ਲਾਉਣ ਤੋਂ ਬਾਅਦ ਬਰਤਾਨੀਆ ਦਾ ਜਿਹੜਾ ਕੋਡ ਹੈਗਾ 44 ਤੇ ਉਸ ਤੋਂ ਬਾਅਦ ਜਿਹੜਾ ਸਾਡਾ ਨੰਬਰ ਹੈਗਾ 300 770 2246 ਨੰਬਰ ਘੁਮਾਉਣਾ ਪਊਗਾ। ਇਹ ਪ੍ਰੋਗਰਾਮ ਤੁਹਾਨੂੰ ਪਤਾ ਹੈ ਕਿ ਆਪਣੀ ਕਿਸਮ ਦੇ ਆਪ प्रोग्राम है, विलखण किस्म के प्रोग्राम है। शायद ही इन्होंने प्रोग्रामों में जो नुकते जो यानी कि विषय जो सबजैक्ट्स में लैके आना किसी हो टैलीविजन से या किसी हो रेडियो से उन्होंने बारे डिस्कशन करी होंगी हो। मैं समझदा कई बार कि असी इन्हों महान शख्सियतों जी श्रद्धांजलि भेंट करते हैं या उन्होंने याद करते हैं तो ये बहुत ज़्यादा जरूरी है, क्योंकि ये असी काम जिहड़ा हैगा बुरी तरह जिहड़ा हैगा इस काम के बदले असी फेल हुए हैं, असी निगली रखी है तो असी उन्होंने ग्रेटफुल नहीं रहे है। जे महान शख्सियत ना होंदियां, जे महान साइंसदान ना होंदे तो जिहो जिहियां बीमारियां तो साडा अजकल बचाव हो रहा है जां जिहो जिहियां असी होर सुख आराम दी चीज़ां जिहड़ियां बरत रहे हैं इन्हां तो बिना मुश्किल हो जांदियां। सो मैं समझदा भी असी इस घरों बड़े नाशुक्रे किस्म के लोग हैगे आ जिहड़े कि इन्हां दी जीवनियां इन्हां दे अप्स एंड डाउनस ਜਾਂ ਉਹਨਾਂ ਨੇ ਕੀ ਘਾਲਾਂ ਕੀਤੀਆਂ ਜੋ ਸਾਨੂੰ ਕੁਝ ਦੇ ਕੇ ਗਏ ਉਹਨਾਂ ਨੂੰ ਅਸੀਂ ਯਾਦ ਵੀ ਨਾ ਕਰੀਏ। ਸੋ ਇਹ ਇੱਕ ਛੋਟਾ ਜਿਹਾ ਉਪਰਾਲਾ ਹੈਗਾ ਕਿ ਮੈਂ ਉਹਨਾਂ ਮਹਾਨ ਸ਼ਖਸੀਅਤਾਂ ਨੂੰ ਜਿਹੜਾ ਹੈਗਾ ਤੁਹਾਡੇ ਰੂਬਰੂ ਲੈ ਕੇ ਆਉਣਾ ਤਾਂ ਕਿ ਤੁਸੀਂ ਵੀ ਆਪਣੇ ਸ਼ਰਧਾ ਦੇ ਫੁੱਲ ਜਿਹੜੇ ਹੈਗੇ ਆ ਉਹਨਾਂ ਨੂੰ ਚੜਾ ਸਕੋ ਅਤੇ ਅਸੀਂ ਉਹਨਾਂ ਨੂੰ ਯਾਦ ਕਰ ਸਕੀਏ ਕਿ ਅਸੀਂ ਜਿਹੜੇ ਹੈਗੇ ਆ ਅਨਗ੍ਰੇਟਫੁਲ ਨਹੀਂ ਹੈਗੇ। ਅਸੀਂ ਉਹਨਾਂ ਦੇ ਜੀਵਨ ਤੋਂ ਬੜਾ ਕੁਝ ਸਿੱਖ ਸਕਦੇ ਹੈਗੇ, ਸਾਡੇ ਬੱਚੇ ਬਹੁਤ ਕੁਝ ਸਿੱਖ ਸਕਦੇ ਆ ਅਤੇ ਮੈਂ ਸਮਝਦਾ ਸਾਡੀ ਇਨਸਾਨੀਅਤ ਜਿਹੜੀ ਹੈਗੀ ਆ ਅਸੀਂ ਉਹਨਾਂ ਦੇ ਦੇਣਦਾਰ ਹੈ। तो नाल दी नाल मैं ये भी जी गुजारिश कर देवां, बेनती तुहानूं कर देवां, रिक्वेस्ट कर देवां कि सारे टैलीविजन नूं फाइनैशियल हैल्प की सदा ही लोड़ रहिंदी है, नहीं तो मेरी आवाज़ तुहाडी आवाज़ मेरे ते कदी पहुँच नहीं सकती। सो इस करके जे तुसीं चाहुंदे आ कि ये सारा टैलीविजन चलदा रहे तो साडी जिहड़ी हैगी फाइनैशियल हैल्प जरूर करो, जिसदा तुसीं पिछे भी करते रहे हैगे। इस लई तुसीं डायरैक्ट डेबिट ला सकदे आ, तुसीं जिहड़ा हैगा कोई प्रोग्राम भी स्पॉन्सर करा सकदे आ, ते जां तुसीं जे कोई बिजनेसमैन हैगे तुसीं अपना जिहड़ा बिजनेस हैगा ਉਹਦੀ ਐਡਵਰਟਾਈਜ਼ਮੈਂਟ भी करा सकते ਜਾਂ कोई घर की खुशी जिहड़ी हैगी ਉਹ भी थोड़ी ਸਾਡੇ ਨਾਲ ਸਾਂਝੀ ਕਰ ਸਕਦੇ ਆ ਤੇ ਇਸ ਤਰੀਕੇ ਨਾਲ ਵੀ ਜਿਹੜੀ ਹੈ ਸਾਡੀ ਮਦਦ ਹੋ ਜਾਂਦੀ ਹੈ। ਤੇ ਅੱਜ ਜਿਸ ਮਹਾਨ ਸ਼ਖਸੀਅਤ ਦੀ ਮੈਂ ਗੱਲ ਕਰਨੀ ਹੈ ਉਹਦਾ ਨਾਮ ਹੈ ਲੂਈ ਪਾਸਚਰ। ਲੂਈ ਪਾਸਚਰ ਬਾਰੇ ਮੈਂ ਤੁਹਾਨੂੰ ਹੁਣੇ ਹੀ ਜਾਣਕਾਰੀ ਦਿੰਦਾ ਹੈਗਾ ਤੇ ਮੈਂ ਚਾਹੁੰਦਾ ਕਿ ਤੁਸੀਂ ਹੁਣ ਤੋਂ ਹੀ ਟੈਲੀਫੋਨ ਕਾਲ ਜਿਹੜੀਆਂ ਕਰਨੀਆਂ ਸ਼ੁਰੂ ਕਰ ਦਿਓ ਤਾਂ ਕਿ ਤੁਸੀਂ ਆਪਣੀ ਲਾਈਨ ਹੈਗੀ ਉਹਨੂੰ ਲਾਈਨ ਅਪ ਕਰ ਸਕੋ ਤੇ ਮੈਂ ਤੁਹਾਨੂੰ ਵੱਧ ਤੋਂ ਵੱਧ ਸਮਾਂ ਦੇ ਸਕਾਂ ਤੇ ਆਪਾਂ ਉਸ ਮਹਾਨ ਸ਼ਖਸੀਅਤ ਬਾਰੇ ਵੱਧ ਤੋਂ ਵੱਧ ਗੱਲ ਕਰ ਸਕੀਏ। ਲੂਈ ਪਾਸਚਰ ਫਾਊਂਡਰ ਆਫ ਮਾਈਕਰੋਬਾਇਓਲੋਜੀ ਦਾ ਜਨਮਦਾਤਾ। ਲੂਈ ਪਾਸਚਰ ਦਾ ਜਨਮ 27 ਦਸੰਬਰ 1822 ਨੂੰ ਤਕਰੀਬਨ 201 ਸਾਲ ਜਾਣੀ ਕਿ ਹੋ ਗਿਆ ਫਰਾਂਸ ਦੇ ਇੱਕ ਪਿੰਡ ਡੋਲੇ ਜੂਰਾ ਵਿੱਚ ਹੋਇਆ। ਉਸ ਦਾ ਪਿਤਾ ਪਹਿਲਾਂ ਨੈਪੋਲੀਅਨ ਦੀ ਫੌਜ ਵਿੱਚ ਸਾਰਜੈਂਟ ਮੇਜਰ ਹੁੰਦਾ ਸੀ, ਫਿਰ ਉਸਨੇ ਉਸੇ ਪਿੰਡ ਵਿੱਚ ਚਮੜੇ ਰੰਗਣ ਦਾ ਕੰਮ ਸ਼ੁਰੂ ਕੀਤਾ। ਪਾਸਚਰ ਪਹਿਲਾਂ ਆਰਬਾਈਸ ਦੇ ਸਕੂਲ ਵਿੱਚ ਪੜ੍ਹਨੇ ਪਿਆ, ਫਿਰ 1838 ਵਿੱਚ ਉਸ ਨੂੰ ਪੈਰਿਸ ਦੇ ਲਾਤੀਨੀ ਮੁਹੱਲੇ ਦੇ ਸਕੂਲ ਵਿੱਚ ਦਾਖਲ ਕਰਾਇਆ ਗਿਆ। ਇਸ ਤੋਂ ਉਪਰੰਤ ਉਹ ਬਿਸਨਕਾਨ ਦੇ ਰਾਇਲ ਕਾਲਜ ਵਿੱਚ ਦਾਖਲ ਹੋਇਆ ਅਤੇ ਉੱਥੋਂ 1840 ਵਿੱਚ BA ਦੀ ਡਿਗਰੀ ਪਾਸ ਕੀਤੀ। ਫਿਰ ਬਿਸਨਕਾਨ ਵਿੱਚ ਹੀ ਹਿਸਾਬ ਦੇ ਮਾਸਟਰ ਦਾ ਸਹਾਇਕ ਬਣ ਗਿਆ ਅਤੇ 2 ਸਾਲ ਉੱਥੇ ਰਹਿ ਕੇ BSc ਦੀ ਡਿਗਰੀ ਪ੍ਰਾਪਤ ਕੀਤੀ। ਇਸ ਤੋਂ ਬਾਅਦ ਸਾਬਨ ਯੂਨੀਵਰਸਿਟੀ ਵਿੱਚ ਪ੍ਰਸਿੱਧ ਫਿਜ਼ਿਕਸ ਦਾ ਪ੍ਰੋਫੈਸਰ ਲੱਗਾ, ਪਰ ਛੇਤੀ ਹੀ ਉਹ ਉੱਥੋਂ ਸਟੈਂਸਬਰਗ ਯੂਨੀਵਰਸਿਟੀ ਵਿੱਚ ਚਲਾ ਗਿਆ ਜਿੱਥੇ ਉਸਨੇ ਕੈਮਿਸਟਰੀ ਪੜ੍ਹਾਈ ਸ਼ੁਰੂ ਕੀਤੀ। ਸਾਰਬਨ ਯੂਨੀਵਰਸਿਟੀ ਵਿੱਚ ਉਸਨੇ ਕੁਝ ਚਿਰ ਪ੍ਰੋਫੈਸਰ ਬਾਈਟ ਨਾਲ ਕੰਮ ਕੀਤਾ। ਉਹਨੇ ਜਿਹਨੀ ਪ੍ਰੋਫੈਸਰ ਬਾਈਟ ਪੋਲਰਾਈਜ਼ਡ ਲਾਈਟ ਉੱਪਰ ਕੰਮ ਕਰਿਆ ਸੀ। ਇਸ ਕੰਮ ਵਿੱਚ ਪ੍ਰੋਫੈਸਰ ਬਾਈਟ ਨੂੰ ਇੱਕ ਗੁੰਝਲ ਪੇਸ਼ ਆਈ। ਉਹ ਟਾਟਾਰਿਕ ਐਸਿਡ ਦਾ ਪੋਲਰਾਈਜ਼ਡ ਰੋਸ਼ਨੀ ਉੱਪਰ ਅਸਰ ਵੇਖ ਕੇ ਸੋਚਾਂ ਵਿੱਚ ਡੁੱਬਿਆ ਰਹਿੰਦਾ ਸੀ। ਟਾਟਾਰਿਕ ਐਸਿਡ ਦੇ ਇੱਕ ਕਿਸਮ ਦੇ ਕ੍ਰਿਸਟਲ ਰੋਸ਼ਨੀ ਨੂੰ ਸੱਜੇ ਪਾਸੇ ਭਵਾਉਂਦੇ ਸਨ, ਦੂਜੇ ਕ੍ਰਿਸਟਲਾਂ ਦਾ ਉਸੇ ਰੋਸ਼ਨੀ ਉੱਤੇ ਕੋਈ ਅਸਰ ਹੀ ਨਹੀਂ ਸੀ ਹੁੰਦਾ।
ਵਾਈਟ ਕਿੰਨਾ ਚਿਰ ਸਿਰ ਖਪਾਉਂਦਾ ਰਿਹਾ ਪਰ ਉਸ ਨੂੰ ਕੁਝ ਪਤਾ ਨਾ ਲੱਗਿਆ। ਲੂਈ ਪਾਸਚਰ ਨੂੰ ਗੱਲਾਂ ਸੁਝਦੀਆਂ ਬੜੀਆਂ ਛੇਤੀ ਸਨ, ਦਿਮਾਗ ਵੀ ਖੂਬ ਚੱਲਦਾ ਸੀ ਅਤੇ ਹੱਥ ਵੀ। ਪਾਸਚਰ ਨੇ ਝੱਟ ਹੀ ਅਡਾਉਣੀ ਹੱਲ ਕਰਤੀ। ਉਸ ਨੇ ਦੱਸਿਆ ਕਿ ਟਾਰਟਰਿਕ ਐਸਿਡ ਦੀਆਂ ਦੋ ਵੰਨਗੀਆਂ ਹੁੰਦੀਆਂ ਹਨ, ਇੱਕ ਰੋਸ਼ਨੀ ਨੂੰ ਸੱਜੇ ਪਾਸੇ ਅਤੇ ਦੂਜੀ ਖੱਬੇ ਪਾਸੇ ਮੋੜਦੀ ਹੈ। ਜਦੋਂ ਦੋਵੇਂ ਇਕੱਠੀਆਂ ਇੱਕੋ ਮਾਤਰਾ ਵਿੱਚ ਹੋਵਣ ਤਾਂ ਇੱਕ ਦੂਜੇ ਦਾ ਅਸਰ ਖਾਰਜ ਕਰ ਦਿੰਦੀਆਂ ਹਨ ਅਤੇ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਇਹਨਾਂ ਕ੍ਰਿਸਟਲਾਂ ਦਾ ਰੋਸ਼ਨੀ ਉੱਤੇ ਕੋਈ ਅਸਰ ਹੈ ਹੀ ਨਹੀਂ। ਜਦ ਇਹ ਗੱਲ ਪੂਰੀ ਤਰ੍ਹਾਂ ਪ੍ਰੋਫੈਸਰ ਬਾਇਟ ਨੂੰ ਪ੍ਰਤੱਖ ਹੋਈ ਤਾਂ ਉਹ ਬਹੁਤ ਖੁਸ਼ ਹੋਇਆ। ਇਸੇ ਕੰਮ ਦਾ ਸਦਕਾ ਪਾਸਚਰ ਨੂੰ ਸਟ੍ਰੈਸਬਰਗ ਵਿੱਚ ਕੈਮਿਸਟਰੀ ਦੀ ਪ੍ਰੋਫੈਸਰੀ ਮਿਲੀ। ਸਟ੍ਰੈਸਬਰਗ ਅਕੈਡਮੀ ਵਿੱਚ ਉਦੋਂ ਲੌਰੈਂਟ ਰੈਕਟਰ ਸੀ। ਉਹਦਾ ਅਤੇ ਪਾਸਚਰ ਦਾ ਆਪਸ ਵਿੱਚ ਮੇਲ ਗੇਲ ਹੁੰਦਾ ਰਿਹਾ। 1849 ਵਿੱਚ ਲੂਈ ਪਾਸਚਰ ਦੀ ਰੈਕਟਰ ਦੀ ਲੜਕੀ ਮੇਰੀ ਨਾਲ ਸ਼ਾਦੀ ਹੋ ਗਈ। ਇਹ ਸ਼ਾਦੀ ਸਾਰੀ ਉਮਰ ਲਈ ਬੜੀ ਕਾਮਯਾਬ ਸਾਬਤ ਹੋਈ। ਆਪਸੀ ਪ੍ਰੇਮ ਤੋਂ ਬਿਨਾਂ ਮੇਰੀ ਦਾ ਪਾਸਚਰ ਨੂੰ ਖੋਜ ਦੇ ਕੰਮ ਵਿੱਚ ਸਹਾਇਤਾ ਕਰਨਾ ਬੜਾ ਲਾਭਦਾਇਕ ਸਾਬਤ ਹੋਇਆ। 1854 ਵਿੱਚ ਪਾਸਚਰ ਨੂੰ ਲਿਲੀ ਯੂਨੀਵਰਸਿਟੀ ਵਿੱਚ ਕੈਮਿਸਟਰੀ ਦਾ ਪ੍ਰੋਫੈਸਰ ਅਤੇ ਸਾਇੰਸ ਫੈਕਲਟੀ ਦਾ ਡੀਨ ਬਣਾਇਆ ਗਿਆ। ਲਿਲੀ ਫਰਾਂਸ ਵਿੱਚ ਫਰਮੈਂਟੇਸ਼ਨ ਇੰਡਸਟਰੀ, ਸ਼ਰਾਬ ਕੱਢਣ ਦੇ ਕੰਮ ਦਾ ਸੈਂਟਰ ਸੀ। ਜਿਨ੍ਹਾਂ ਉਪਲਬਧੀਆਂ ਕਰਕੇ ਪਾਸਚਰ ਦਾ ਨਾਂ ਸਾਰੇ ਜਹਾਨ ਵਿੱਚ ਉਜਾਗਰ ਹੋਇਆ, ਉਹਨਾਂ ਦੀ ਨੀਂਹ ਇੱਥੇ ਰੱਖੀ ਗਈ। ਬੀਅਰ ਬਣਾਉਣ ਵਾਲੇ ਉਦਯੋਗਪਤੀ ਇੱਕ ਦਿਨ ਉਸ ਨੂੰ ਕਾਰਖਾਨੇ ਵਿੱਚ ਲੈ ਗਏ। ਉੱਥੇ ਉਸ ਨੂੰ ਦੋ ਬੀਅਰ ਦੇ ਭਰੇ ਭਾਂਡੇ ਦਿਖਾਏ ਗਏ, ਇੱਕ ਵਧੀਆ ਬੀਅਰ ਅਤੇ ਦੂਜੇ ਵਿੱਚ ਖਰਾਬ। ਉਹਨਾਂ ਪਾਸਚਰ ਨੂੰ ਬੰਗਾਰਿਆ ਕਿ ਉਹ ਇਸ ਦਾ ਕਾਰਨ ਲੱਭੇ। ਪਾਸਚਰ ਨੂੰ ਗੱਲ ਸੁੱਝ ਤਾਂ ਸੀ, ਦੂਜਾ ਜਿਸ ਕੰਮ ਨੂੰ ਹੱਥ ਪਾਉਂਦਾ ਸੀ ਉਹ ਬੜੀ ਲਗਨ ਅਤੇ ਦ੍ਰਿੜਤਾ ਨਾਲ ਕਰਦਾ ਸੀ। ਇਸ ਕੰਮ ਨੂੰ ਇਹ 10 ਸਾਲ ਲੱਗਾ ਰਿਹਾ। ਅੰਤ ਨੂੰ ਉਸ ਨੇ ਫਰਮੈਂਟੇਸ਼ਨ ਦੀ ਸਾਰੀ ਗੁੰਝਲ ਨੂੰ ਨਿਖਾਰ ਕੇ ਰੱਖ ਦਿੱਤਾ। ਸਾਇੰਸਦਾਨਾਂ ਨੂੰ ਇਹ ਪਹਿਲੀ ਵਾਰ ਪਤਾ ਲੱਗਾ ਕਿ ਹਵਾ ਵਿੱਚ ਜਰਮਸ ਹੁੰਦੇ ਹਨ ਅਤੇ ਇਹ ਕੀੜੇ ਹੀ ਬਿਮਾਰੀ ਨੂੰ ਬਣਾਉਂਦੇ ਹਨ। ਇਹੋ ਜਿਹਾ ਹੋਰ ਜਰਮ ਇਸ ਨੂੰ ਖੱਟਿਆਂ ਕਰ ਦਿੰਦੇ ਹਨ। ਫਿਰ ਇਹਨਾਂ ਜਰਮਾਂ ਦਾ ਅਸਰ ਉਸ ਨੇ ਖੰਡ ਉੱਪਰ ਵੇਖਿਆ ਅਤੇ ਖੰਡ ਤੋਂ ਇੱਕ ਪਾਸੇ ਅਲਕੋਹਲ ਯਾਨੀ ਸ਼ਰਾਬ ਅਤੇ ਫਿਰ ਐਸੀਟਿਕ ਐਸਿਡ ਬਣਾਏ ਅਤੇ ਦੂਜੇ ਪਾਸੇ ਲੈਕਟਿਕ ਐਸਿਡ ਅਤੇ ਬਿਊਟੈਰਿਕ ਐਸਿਡ ਤਿਆਰ ਕੀਤੇ। ਪਾਸਚਰ ਨੇ ਇਹ ਥਿਊਰੀ 1857 ਵਿੱਚ ਪ੍ਰਕਾਸ਼ਿਤ ਕੀਤੀ ਅਤੇ ਇਸ ਨਾਲ ਸਾਇੰਸ ਦੇ ਜਗਤ ਵਿੱਚ ਇੱਕ ਬਾਬਰੌਲਾ ਮਚ ਗਿਆ। ਇਸ ਥਿਊਰੀ ਦਾ ਬੜਾ ਪ੍ਰਭਾਵ ਪਿਆ ਅਤੇ ਲੂਈ ਪਾਸਚਰ ਦੀ ਸਾਰੇ ਸਾਇੰਸਦਾਨਾਂ ਵਿੱਚ ਜੈ ਜੈਕਾਰ ਹੋ ਗਈ। ਉਦੋਂ ਹੀ ਪਾਸਚਰ ਨੇ ਇਹ ਗੱਲ ਵੀ ਖੋਜ ਲਈ ਕਿ ਪੀਣ ਅਤੇ ਖਾਣ ਵਾਲੀਆਂ ਚੀਜ਼ਾਂ ਨੂੰ ਵਿਗੜਨ ਤੋਂ ਬਚਾਉਣ ਲਈ ਉਹਨਾਂ ਨੂੰ 100 ਡਿਗਰੀ ਸੈਂਟੀਗ੍ਰੇਡ ਤੱਕ ਗਰਮ ਕਰਨ ਦੀ ਲੋੜ ਹੈ। ਇਹ ਤਰੀਕਾ ਉਦੋਂ ਦਾ ਹੀ ਹੁਣ ਤੱਕ ਸਾਰੀ ਦੁਨੀਆ ਵਿੱਚ ਵਰਤਿਆ ਜਾਂਦਾ ਹੈ ਅਤੇ ਇਸੇ ਨੂੰ ਹੀ ਪਾਸਚਰਾਈਜੇਸ਼ਨ ਕਿਹਾ ਜਾਂਦਾ ਹੈ। ਜਿਹੜਾ ਆਪਾਂ ਦੁੱਧ ਵੀ ਯੂਜ਼ ਕਰਦੇ ਉਹ 'ਚ ਵੀ ਲਿਖਿਆ ਹੁੰਦਾ ਪਾਸਚਰਾਈਜ਼ਡ ਮਿਲਕ। ਲਾਰਡ ਲੈਸਟਰ ਨੇ ਜੋ ਸਰਜਰੀ ਵਿੱਚ ਐਂਟੀਸੈਪਟਿਕ ਦੀ ਵਰਤੋਂ ਸ਼ੁਰੂ ਕੀਤੀ, ਉਹ ਵੀ ਉਹਨੇ ਪਾਸਚਰ ਦੀ ਜਰਮ ਥਿਊਰੀ ਤੋਂ ਹੀ ਲਿਆ ਸੀ। 1865 ਵਿੱਚ ਫਰਾਂਸ ਦੀ ਸਰਕਾਰ ਨੇ ਪਾਸਚਰ ਨੂੰ ਬੇਨਤੀ ਕੀਤੀ ਕਿ ਰੇਸ਼ਮ ਦੇ ਕੀੜਿਆਂ ਦੀ ਬਿਮਾਰੀ ਉੱਤੇ ਖੋਜ ਕਰੇ। 3 ਸਾਲ ਦੀ ਕਰੜੀ ਮਿਹਨਤ ਪਿੱਛੋਂ ਉਹਨੇ ਇਹ ਨਤੀਜਾ ਕੱਢਿਆ ਕਿ ਇਸ ਬਿਮਾਰੀ ਦਾ ਕਾਰਨ 2 ਕਿਸਮ ਦੇ ਕੀੜੇ ਬਾਸਿਲੀ ਹਨ ਅਤੇ ਪਾਸਚਰ ਨੇ ਰੇਸ਼ਮ ਦੇ ਉਦਯੋਗ ਨੂੰ ਤਬਾਹੀ ਤੋਂ ਬਚਾ ਲਿਆ। 1867 ਵਿੱਚ ਪਾਸਚਰ ਨੇ ਪੈਰਿਸ ਦੀ ਪ੍ਰਸਿੱਧ ਯੂਨੀਵਰਸਿਟੀ ਸਾਬਨ ਵਿੱਚ ਕੈਮਿਸਟਰੀ ਦਾ ਪ੍ਰੋਫੈਸਰ ਬਣਾਇਆ ਗਿਆ। ਨੌਕਰੀ ਮਿਲਦਿਆਂ ਹੀ ਉਹਨੇ ਫਰਮੈਂਟੇਸ਼ਨ ਉੱਤੇ ਆਪਣਾ ਮਸ਼ਹੂਰ ਪੇਪਰ ਪ੍ਰਕਾਸ਼ਿਤ ਕੀਤਾ। 1868 ਵਿੱਚ ਲੂਈ ਪਾਸਚਰ ਨੂੰ ਥੋੜ੍ਹਾ ਜਿਹਾ ਅਧਰੰਗ ਹੋ ਗਿਆ, ਪਰ ਇਸ ਸਰੀਰਕ ਔਕੜ ਦੇ ਬਾਵਜੂਦ ਵੀ ਉਹ ਆਪਣੇ ਖੋਜ ਦੇ ਕੰਮ ਵਿੱਚ ਜੁਟਿਆ ਰਿਹਾ। 1877 ਵਿੱਚ ਉਹਦੇ ਮਨ ਦਾ ਵਹਿਣ ਬੈਕਟੀਰੀਓਲੋਜੀ ਵੱਲ ਮੁੜਿਆ। ਪਹਿਲਾਂ ਉਸਨੇ ਘੋੜਿਆਂ ਅਤੇ ਪਾਲਤੂ ਪਸ਼ੂਆਂ ਦੀ ਮਸ਼ਹੂਰ ਬਿਮਾਰੀ, ਜਿਸ ਨੂੰ ਅੰਗਰੇਜ਼ੀ ਵਿੱਚ ਐਂਥ੍ਰੈਕਸ ਅਤੇ ਪੰਜਾਬੀ ਵਿੱਚ ਮੂੰਹ ਖੁਰ ਦੀ ਬਿਮਾਰੀ ਕਿਹਾ ਜਾਂਦਾ ਹੈ, ਦੀ ਖੋਜ ਸ਼ੁਰੂ ਕੀਤੀ। ਨਾਲ ਹੀ ਚਿਕਨ ਪੌਕਸ ਦਾ ਇਲਾਜ ਕੱਢਣ ਦਾ ਕੰਮ ਵੀ ਉਸ ਨੂੰ ਸੌਂਪਿਆ ਗਿਆ। ਫਰਮੈਂਟੇਸ਼ਨ ਉੱਪਰ ਖੋਜ ਕਰਕੇ ਉਸਨੇ ਦੱਸਿਆ ਕਿ ਹਵਾ ਵਿੱਚ 2 ਕਿਸਮ ਦੇ ਜਰਮ ਹੁੰਦੇ ਹਨ, ਇੱਕ ਜਿਹੜੇ ਸ਼ਰਾਬ ਨੂੰ ਬਣਾਉਂਦੇ ਹਨ ਅਤੇ ਦੂਜੇ ਜਿਹੜੇ ਉਸ ਨੂੰ ਖਰਾਬ ਕਰਦੇ ਹਨ। ਚਿਕਨ ਪੌਕਸ ਦੀ ਖੋਜ ਕਰਕੇ ਉਸਨੇ ਬੈਕਟੀਰੀਆ ਕੱਢੇ ਅਤੇ ਉਹਨਾਂ ਦੀ ਕਲਚਰ ਬਣਾਈ ਅਤੇ ਚਿਕਨ ਪੌਕਸ ਦੀ ਬਿਮਾਰੀ ਤੋਂ ਕੁੱਕੜਾਂ ਨੂੰ ਬਚਾਉਣ ਲਈ ਚੇਚਕ ਦੇ ਟੀਕਿਆਂ ਵਰਗੇ ਟੀਕੇ ਦੇਣੇ ਸ਼ੁਰੂ ਕੀਤੇ ਅਤੇ ਬਿਮਾਰੀ ਨੂੰ ਖਤਮ ਕਰਤਾ। ਇਹ ਬਿਮਾਰੀ ਇਨਸਾਨਾਂ ਨੂੰ ਵੀ ਹੋ ਜਾਂਦੀ ਹੈ ਅਤੇ ਖਾਸ ਕਰਕੇ ਉਹਨਾਂ ਨਾਲ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਤਾਂ ਫੜ ਹੀ ਲੈਂਦੀ ਹੈ। ਐਸੇ ਟੀਕੇ ਬਣਾ ਕੇ ਉਸਨੇ ਇਨਸਾਨਾਂ ਨੂੰ ਵੀ ਸੁਰੱਖਿਅਤ ਕਰ ਦਿੱਤਾ। ਅਤੇ ਅੱਜ ਕੱਲ੍ਹ ਬਹੁਤ ਸਾਰਾ ਬਰਡ ਫਲੂ ਦਾ ਵੀ ਜਾਣੀ ਕਿ ਰੌਲਾ ਪੈਂਦਾ ਹੈ। ਸੋ ਇਸ ਬੰਦੇ ਦੀ ਖੋਜ ਕਰਕੇ ਹੀ ਸਾਨੂੰ ਉਹਨਾਂ ਗੱਲਾਂ ਦਾ ਪਤਾ ਲੱਗ ਰਿਹਾ ਹੈ। ਹੁਣ ਅਸੀਂ ਲੂਈ ਪਾਸਚਰ ਦੀ ਆਖਰੀ ਅਤੇ ਸਭ ਤੋਂ ਪ੍ਰਸਿੱਧ ਅਤੇ ਸਭ ਤੋਂ ਗੁਣਕਾਰੀ ਉਪਲਬਧੀ ਵੱਲ ਆਉਂਦੇ ਹਾਂ। ਇਹ ਹੈ ਹਲਕੇ ਕੁੱਤਿਆਂ ਦਾ ਹਲਕ ਹਟਾਉਣ ਦੀ। ਕਈ ਸਾਲ ਉਹਨੇ ਇਸ ਖੋਜ ਉੱਪਰ ਲਾਏ। ਆਪਣੇ ਘਰ ਦੇ ਨਾਲ ਉਹਨੇ ਹਲਕੇ ਕੁੱਤਿਆਂ ਲਈ ਵੀ ਘਰ ਬਣਾਇਆ ਹੋਇਆ ਸੀ। ਇਹ ਬਹੁਤ ਹੀ ਜ਼ਿਆਦਾ ਔਖਾ ਅਤੇ ਬੜੇ ਖਤਰੇ ਵਾਲਾ ਕੰਮ ਸੀ। ਇੱਕ ਵਾਰੀ ਇੱਕ ਹਲਕੇ ਕੁੱਤੇ ਦੇ ਮੂੰਹ ਵਿੱਚੋਂ ਇੱਕ ਟਿਊਬ ਨਾਲ ਥੁੱਕ ਕੱਢਦੇ ਹਾਂ, ਉਹ ਥੁੱਕ ਉਹਦੇ ਆਪਣੇ ਮੂੰਹ ਵਿੱਚ ਆ ਪਿਆ।
जिस तरह आज़ादी के परवाने अपने विचारों करके अपनी जान वार देंगे हैं, इस तरह साइंसदान भी ज्ञान के शहीद होंगे हैं। कई मर जाते हैं और कई बच जाते हैं, पर दोवें तरह धड़ की बाजी लाउंदियां हैं। जर्मनी में एक बारी ऑर्गैनिक सल्फर कंपाउंड की खोज शुरू हुई। जिहड़ा खोज करे उसके शरीर विचों मुश्क आउण लग पवे और कोई होर इंसान उसके लागे तक न जा सके। नौजवान ज्ञान के आशक अपने जीवन की आहुति देने लई इस कमरे भी नितरे। इस तरह की हालत लुई पास्चर की सी। अपनी लगन ते दृढ़ता करके पास्चर एक सीरम बनाने में कामयाब हो गया, जिसका टीका कुत्तियां नूं हड़क के रोग तो बचा लेंदा सी। फिर पास्चर इस खोज में जुट गया कि इंसानों लिए भी कोई इहो जिहा सीरम तैयार किया जाए। ये बड़ा औखा काम सी। बहुत ज़्यादा सोच विचार के बाद एक बच्चा जिसका नाम जोसफ मीस्टर सी अते उसनूं एक हड़के कुत्ते ने वढ़ दिता सी। उस बच्चे नूं लुई पास्चर कोल लिआंदा गया। 9 दिन पास्चर उस बच्चे नूं टीके लाउंदा रहा और 3 हफ्तिਆਂ बाद उन्होंने पूरा विश्वास हो गया कि यह बच्चा राजी हो जाएगा। 3 महीने ते 3 हफ्ते हस्पताल में रहने पिछों जोसफ मीस्टर राजी या खुशी अपने घर चला गया। इस बच्चे के इलाज में पास्टर ने बड़ी फिक्र के दिन बिताए सन, पर जदों बच्चा बिल्कुल राजी हो गया तो पास्टर को बहुत ज़्यादा तसल्ली और खुशी हुई। हड़क के टीके की काढ़ ने पास्टर को सारे संसार में मशहूर करता। पहला तो उसने एक बड़ी नौकरी पेश की गई, फिर सारी दुनिया में पास्चर इंस्टीट्यूट से बनाने माया आनी शुरू हो गई। ये वक्री संस्था बनी और लुई पास्चर को उसका डायरैक्टर बनाया गया। पास्चर दियाँ बड़मूलियां काढ़ां ने फ्रांस को माला माल कर दिता। जर्मनी ने लड़ाई का जिन्ना खर्चा फ्रांस पर पाया सी, वो सिर्फ रेशम की सनत ने 1 साल में कमा लिया। सारी दुनिया लई उहदियां खोजां बहुत ज़्यादा लाभदायक साबित हुई। हड़के कुत्ते वाली बीमारी का खात्मा हो गया। कई बीमारियों के टीके निकल आए और सर्जरी में एंटीसैप्टिक्स की वरतों ने एक क्रांति लै आंदी। 1892 में पेरिस में दुनिया भर के साइंसदानों ने रल के पास्चर की 70 साल जुबली मनाई। उस लुई पास्चर दी खोजां नूं बहुत बढ़ाया गया। लॉर्ड लिस्टर, जिसने एंटीसैप्टिक सर्जरी की शुरुआत की सी, ने कहा, तुहाडीआं खोजां ने सर्जरी में हनेरियां थावां उत्ते बहुत चानन कर दिता है। जख्म का इलाज जिहड़ा काफ़ी दुखदाई और बेयकीनी हुंदा सी, हुण वह पूरी यकीन वाला विग्यानक हुनर बन गया है। सिर्फ सर्जरी लिए ही नहीं, सगों सारे डॉक्टरी पेशे लिए तुसीं वो कुछ किया है जिसका एहसान आने वालियां पुश्तां नहीं भुल सकणगियां। जो कुछ तुहाडीआं खोजां तो मैनूं प्राप्ति हुई है, उसदा मैं बहुत ऋणी हाँ। एक उच्चे दिमाग ते गरीब सुभाव वाले फ्रांस के सपुत्र ने संसार की अरोगता लई बड़ा वड्डा हिस्सा पा के सानूं सारिआं नूं बहुत कृतार्थ किया है। इन्हां शब्दों तो बाद लॉर्ड लिस्टर स्टेज पर चढ़ गया और ऊपर जाके लुई पास्चर नूं गले नाल ला लिया। इससे इकट्ठे हुए साइंसदानों ने बड़ियां ताड़ियां मारियां और पास्चर की बड़ी प्रशंसा हुई। लुई पास्चर नूं बेहद माण वडियाई प्राप्त हुई। उसकी मौत तो पिछों फ्रांस में जनमत होया, जिसका नतीजा ये निकलिया कि फ्रांस ने अजे तक जो उच्ची तो उच्ची हस्ती पैदा की सी, वो लुई पास्चर सी। यह सारी माण वडियाई का पास्चर के मन उत्ते जरा भी असर ना होया। वो पहला वांग ही गरीबड़े सुभाव वाला रहा और हर एक नाल प्रेम और हमदर्दी नाल मिलता रहा। ये गुण आम करके उच्चे इंसानों और चोटी के साइंसदानों में पाए जाते हैं। लुई पास्चर के सुभाव दीआं कुछ होर गल्लां भी वर्णनयोग हैं। उसका कथन है कि सफल और स्वादली जिंदगी लई 3 चीज़ों की लोड़ है। नंबर 1, काम करदिआं उस विच लीनता होनी और काम करदिआं सुरत पूरी तरह उस विच जुड़ी रहनी। नंबर 2, किन्नियां भी औकड़ां आउण पूरी दृढ़ता नाल उन्हां नूं हल करना, क्योंकि घबराया कामयाबी नस जाती है। नंबर 3, इंसानी मन सफलता नाल खिड़दा है और अगे वास्ते होर औखियां घाटियां चढ़न नूं तैयार हो जाता है। लुई पास्चर अपने काम में इन्ना ज़्यादा मगर रहिंदा सी कि उन्होंने यूनीवर्सिटी दी मीटिंगां भी याद नहीं रहिंदियां और उसकी प्रेमण औरत प्रयोगशाला लैबोरेटरी में जाके उसनूं याद कराउंदी सी। एक किस्सा भी मशहूर है कि उसकी अपनी शादी वाले दिन भी उसके मित्रां नूं उहनूं याद कराउण लई प्रयोगशाला में जाना पिया सी। इन्हां महापुरुषां दीआं कमाईआं दा सदका ही काम करना साइंसदान बनने लई पहला गुण निश्चित हो गया। जब कॉलेज में विद्यार्थी साइंस दी जमातों में दाखिल होंदे सन तो पहला गुण जो उन्होंने दस्सिया जाता सी वो सी वर्क इज़ वर्शिप फॉर ए साइंटिस्ट। अर्थात साइंसदान की पहली सिफत यह है कि वह काम नूं ही पूजा समझे। आखिरी दिनों में जब लुई पास्चर के चेले उन्होंने मिलने जाते सन तो वह उन्होंने यहो पट्टी पढ़ाता सी कि काम में मगर रहो। 27 सितंबर 1895 में 73 साल की उम्र पूरी कर तो पूरे 3 महीने पहला वो अपने बिस्तरे ते लम्मा पिया सी कि एक मित्र ने उसदे मूँह में दुध पाउण का यतन किया, पर पास्चर ने सिर मार दिता
ਅਤੇ ਸਦਾ ਲਈ ਅੱਖਾਂ ਬੰਦ ਕਰਕੇ ਇਸ ਸੰਸਾਰ ਨੂੰ ਅਲਵਿਦਾ ਕਹਿ ਗਿਆ। ਇਹ ਤਾਂ ਸੀ ਜੀ ਲੂਈ ਪਾਸਚਰ ਦੇ ਜੀਵਨੀ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਆ। ਅਤੇ ਮੈਂ ਹੁਣ ਤੁਹਾਡੇ ਟੈਲੀਫੋਨ ਕਾਲਸ ਦੀ ਵੇਟ ਕਰ ਰਿਹਾ ਤਾਂ ਕਿ ਆਪਾਂ ਇਸ ਮਹਾਨ ਸਾਇੰਸਦਾਨ ਬਾਰੇ ਹੋਰ ਵੱਧ ਚੜ੍ਹ ਕੇ ਗੱਲ ਕਰ ਸਕੀਏ। ਜੇ ਇਹ ਲੂਈ ਪਾਸਚਰ ਨਾ ਹੁੰਦਾ ਤਾਂ ਮੇਰਾ ਖਿਆਲ ਨਹੀਂ ਜਿਹੜੀਆਂ ਬਿਮਾਰੀਆਂ ਸਾਨੂੰ ਅੱਜ ਕੱਲ੍ਹ ਦੇਖਣ ਵਿੱਚ ਆਉਂਦੀਆਂ, ਜਾਂ ਇਹਨ ਕਿਹੜੀ ਐਂਟੀਸੈਪਟੀ ਦੀ ਗੱਲ ਹੈਗੀ ਆ, ਜਾਂ ਇਹਨ ਕਿਹੜੀ ਮਾਈਕਰੋ ਜਰਮਸ ਜਿਹੜੇ ਸਾਡੇ ਸਾਹਮਣੇ ਤੁਰੇ ਫਿਰਦੇ ਹੈਗੇ ਆ, ਇਹਨਾਂ ਦਾ ਸਾਨੂੰ ਪਤਾ ਲੱਗਦਾ। ਸੋ ਇਸ ਕਰਕੇ ਲੂਈ ਪਾਸਚਰ ਦੀ ਸਾਇੰਸ ਨੂੰ, ਲੂਈ ਪਾਸਚਰ ਦੀ ਮੈਡੀਕਲ ਨੂੰ ਬਹੁਤ ਵੱਡੀ ਦੇਣ ਹੈ। ਇਹਨਾਂ ਸਾਇੰਸਦਾਨਾਂ ਕਰਕੇ ਅਸੀਂ ਅਰੋਗ ਹਾਂ। ਇਹਨਾਂ ਸਾਇੰਸਦਾਨਾਂ ਕਰਕੇ ਅਸੀਂ ਜਿਹੜਾ ਹੈਗਾ ਬਹੁਤ ਸਾਰੀਆਂ ਬਿਮਾਰੀਆਂ ਤੋਂ ਨਿਜਾਤ ਪਾ ਰਹੇ ਹੈਗੇ। ਸਾਡਾ ਟੈਲੀਫੋਨ ਨੰਬਰ ਜਿਹੜਾ ਹੈਗਾ ਉਹ ਥੱਲੇ ਵੀ ਆ ਰਿਹਾ ਹੈਗਾ 0300 770 2246। ਅਤੇ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਗੱਲ ਕੀਤੀ, ਜੇ ਤੁਸੀਂ ਬਰਤਾਨੀਆ ਤੋਂ ਬਾਹਰ ਤੋਂ ਟੈਲੀਫੋਨ ਕਰ ਰਹੇ ਹਾਂ ਤਾਂ ਫਿਰ ਤੁਹਾਨੂੰ ਜਿਹੜਾ ਆਪਣਾ ਇੰਟਰਨੈਸ਼ਨਲ ਕੋਡ ਲਾਉਣ ਤੋਂ ਬਾਅਦ ਸਾਡਾ ਬਰਤਾਨੀਆ ਦਾ ਜਿਹੜਾ ਕੋਡ ਹੈਗਾ 44 ਅਤੇ ਉਸ ਤੋਂ ਬਾਅਦ ਜਿਹੜਾ 300 770 2246 ਨੰਬਰ ਪੁਣਾ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲ ਰਹੇ ਜੀ? ਜਗਦੀਸ਼ ਸਿੰਘ ਬੋਲਦਾ ਜੀ, ਗਲਾਸਗੋ ਤੋਂ। ਜਗਦੀਸ਼ ਜੀ, ਤੁਹਾਡਾ ਵੈਲਕਮ ਆ, ਤੁਹਾਡਾ ਸਵਾਗਤ ਆ। ਤੁਸੀਂ ਕੀ ਕਹਿਣਾ ਚਾਹੁੰਦੇ ਲੂਈ ਪਾਸਚਰ ਬਾਰੇ? ਮੇਰੇ ਖਿਆਲ ਅੱਜ ਕੱਲ੍ਹ ਤੁਹਾਡੀ ਦਿਲਚਸਪੀ ਜਿਹੜੀ ਨਾ ਸਾਇੰਸਦਾਨਾਂ ਵਿੱਚ ਬਹੁਤ ਜ਼ਿਆਦਾ ਹੋਈ ਹੈ ਵਿਚ ਇਜ਼ ਵੈਰੀ ਗੁੱਡ, ਕਿਉਂਕਿ ਜਿਹੜੇ ਸਾਇੰਸਦਾਨ ਹੈ ਔਰ ਡਾਕਟਰ ਹੈ ਇਹ ਆਪਣੀ ਜ਼ਿੰਦਗੀ ਨੂੰ ਨਾ ਰੱਬ ਤੋਂ ਬਾਅਦ ਇਹੀ ਕੰਮ ਆਉਂਦੇ ਸਾਡੇ। ਜਿਵੇਂ ਤੁਸੀਂ ਦੱਸਿਆ ਵੀ ਹੁਣੇ ਇਹ ਫ੍ਰੈਂਚ ਕੈਮਿਸਟ ਲੂਈ ਪਾਸਚਰ ਸੀਗਾ ਤੇ ਇਹਦਾ ਨਾਮ ਫਾਦਰ ਆਫ ਇਮਿਊਨੋਲੋਜੀ ਔਰ ਇੰਟਰੋਡਕਸ਼ਨ ਆਫ ਵੈਕਸੀਨੇਸ਼ਨ ਟੂ ਪ੍ਰੀਵੈਂਟ ਸਮਾਲ ਪੌਕਸ 1870 ਦੇ ਵਿੱਚ। ਬਿਲਕੁਲ ਜੀ, ਬਿਲਕੁਲ। ਤੇ ਅੱਛਾ, ਜਿਵੇਂ ਤੁਸੀਂ ਦੱਸਿਆ ਨਾ ਪਾਸਚਰਾਈਜ਼ੇਸ਼ਨ ਪ੍ਰੋਸੈਸ ਤੇ ਵੈਕਸੀਨ ਫॉर ਰੇਬੀਜ਼, ਤੇ ਫਿਰ ਹੈ ਕਿ ਸੇਵਿੰਗ ਦੀ ਸਿਲਕ ਇੰਡਸਟਰੀ ਨੂੰ ਬੜਾ ਇਹਨਾਂ ਨੇ ਫਾਇਦਾ ਪਹੁੰਚਾਇਆ। ਬਿਲਕੁਲ ਜੀ, ਬਿਲਕੁਲ। ਅੱਛਾ, ਇੱਕ ਅਜੀਬ ਚੀਜ਼ ਜਿਹੜੀ ਇਹਦੇ ਨਾਲ ਹੋਈ ਹੈ ਬਾਕੀ ਸਾਇੰਸਦਾਨਾਂ ਨਾਲ, ਉਹ ਮੇਰੇ ਖਿਆਲ ਹੈ ਥੋੜ੍ਹੀ ਜਿਹੀ ਡਿਫਰੈਂਟ ਤਰੀਕੇ ਨਾਲ ਹੋਈ ਹੈ ਵੀ ਇਹਨੂੰ ਰੱਬ ਦੇ ਖਿਲਾਫ ਨਹੀਂ ਮੰਨਿਆ ਗਿਆ। ਇਹਨੇ ਕਿਹਾ ਸੀਗਾ ਵੀ ਟੂ ਲਿਟਲ ਸਾਇੰਸ ਲੀਡਸ ਅਵੇ ਫਰੋਮ ਗੋਡ ਐਂਡ ਵਾਈਲ ਟੂ ਮਚ ਸਾਇੰਸ ਲੀਡਸ ਬੈਕ ਟੂ ਹਿਮ। ਯਾਨੀ ਕਿ ਇਹ ਕਹਿਣ ਤੋਂ ਬਾਅਦ ਇਹਨੂੰ ਫਿਰ ਮਾਨਤਾ ਇੰਨਾ ਮਿਲਿਆ ਜਿਹਦੇ ਵਿੱਚ ਤੁਸੀਂ ਕਹਿ ਸਕਦੇ ਹੋ ਵੀ ਮਿਨਿਸਟਰ ਆਫ ਰਿਲੀਜਨ ਸਪੈਸ਼ਲੀ ਪ੍ਰੋਟੈਸਟੈਂਟ ਚਰਚ ਵਿੱਚ ਇਹਨੂੰ ਬੜੀ ਮਾਨਤਾ ਦਿੱਤੀ ਗਈ। ਇਸ ਚੀਜ਼ ਦੀ ਮੈਨੂੰ ਬਹੁਤ ਚੰਗਾ ਲੱਗਿਆ ਕਿ ਆਮ ਤੌਰ ਤੇ ਸਾਇੰਸਦਾਨਾਂ ਨੂੰ ਜਿੰਨੇ ਵੀ ਇਹ ਧਾਰਮਿਕ ਨੇਤਾ ਸੀਗੇ ਨਾ, ਇਹਨਾਂ ਨੇ ਹਮੇਸ਼ਾ ਕਿਹਾ ਵੀ ਇਹ ਪਾਪੀ ਹੈ, ਇਹ ਦੁਸ਼ਟ ਹੈ, ਇਹ ਰੱਬ ਦੇ ਖਿਲਾਫ ਹੈ, ਤੇ ਇਹ ਵਿਚਾਰਾ ਇਸ ਚੀਜ਼ ਤੋਂ ਬਚਿਆ ਰਿਹਾ। ਔਰ ਇਹਨੇ ਜਿਹੜੀ ਵੀ ਤੁਸੀਂ ਖੋਜਾਂ ਤੁਸੀਂ ਦੱਸੀਆਂ ਨੇ ਜਰਮ ਦੀ ਥਿਓਰੀ ਹੈ, ਇਹਨੇ ਪ੍ਰੂਵ ਕੀਤਾ ਕਿ ਸਟੈਰਲਾਈਜ਼ਡ ਵਾਟਰ ਜਿਹੜਾ ਨਾ in a closed flask stayed sterile while sterilized water in the open flask bred germs। ਯਾਨੀ ਕਿ ਜਿਹੜੇ ਕੀਟਾਣੂ ਹੈ ਨਾ ਉਹਨਾਂ ਦੇ ਬਾਰੇ ਚ ਜਿੰਨੀ ਖੋਜ ਮੇਰੇ ਖਿਆਲ ਇਹਨੇ ਕੀਤੀ ਹੈ ਵੀ ਸ਼ਾਇਦ ਹੀ ਕਿਸੇ ਹੋਰ ਸਾਇੰਸਦਾਨ ਨੇ ਕੀਤੀ ਹੋਵੇ। ਜਿਹੜਾ ਅੱਜ ਕੱਲ੍ਹ ਆਪਾਂ ਦੁੱਧ ਜਿਹੜਾ ਆਪਾਂ ਵਰਤਦੇ ਹਾਂ ਜਗਦੀਸ਼ ਜੀ, ਉਹ ਵੀ ਪਾਸਚਰਾਈਜ਼ਡ ਮਿਲਕ ਕਹਿੰਦੇ ਉਹਨੂੰ। ਬਿਲਕੁਲ ਜੀ, ਉਹਦਾ ਨਾਂ ਹੀ ਦੇਖੋ ਇਹੋ ਜਿਹਾ ਕੰਮ ਕਰ ਗਿਆ, ਆਪਣੇ ਨਾਮ ਦੀ ਮੋਹਰ ਉਹ ਦੁੱਧ ਦੇ ਹਰੇਕ ਡੱਬੇ ਤੇ ਲਾ ਗਿਆ ਪਾਸਚਰਾਈਜ਼ ਮਿਲਕ। ਜਿਹੜਾ ਸਾਨੂੰ ਇੰਡੀਆ 'ਚ ਨਹੀਂ ਪਤਾ ਸੀਗਾ ਵੀ ਅੱਛਾ ਮੱਝ ਚੁਆਈ ਤੇ ਡੋਲੂ ਭਰਿਆ ਦੁੱਧ ਦਾ ਲਿਆਂਦਾ ਜੀ, ਚਲੋ ਜੀ ਚਾਹ ਬਣਾ ਲਈ ਤੇ ਇਹਦੇ 'ਚ ਖੀਰ ਬਣਾ ਲਈ ਤੇ ਦੁੱਧ ਪੀ ਲਿਆ ਬਸ। ਸਾਨੂੰ ਨਹੀਂ ਪਤਾ ਸੀਗਾ ਇਹ ਕੀ ਹੈ ਨਾ। ਮੇਰੇ ਖਿਆਲ ਉਹ ਸਾਡੇ ਦਿਨਾਂ ਵਿੱਚ ਇਹ ਪਾਸਚਰਾਈਜ਼ ਮਿਲਕ ਦਾ ਇੰਡੀਆ 'ਚ ਕਿਸੇ ਨੂੰ ਮੇਰੇ ਖਿਆਲ ਪਤਾ ਹੀ ਨਹੀਂ ਸੀ। ਐਬਸੋਲੂਟਲੀ ਯੂ ਆਰ ਰਾਈਟ ਬਿਲਕੁਲ। ਹਾਂਜੀ, ਔਰ ਇਹ ਹੈ ਵੀ ਜਿਹੜੀ ਪਾਸਚਰਾਈਜ਼ੇਸ਼ਨ ਹੈ ਉਹ ਬਹੁਤ ਸਾਰੇ ਲੋਕਾਂ ਨੂੰ ਹਜੇ ਵੀ ਆਪਣੇ ਜਿਹੜੇ ਲੋਕ ਨਾ ਪੁਰਾਣੇ ਉਹਨੂੰ ਆਦਤ ਪਈ ਹੋਈ ਹੈ ਵੀ ਦੁੱਧ ਲੈ ਕੇ ਆਂਦਾ ਇਹਨੂੰ ਪਹਿਲਾਂ ਗਰਮ ਕਰ ਲਓ ਜੀ। ਕਹਿੰਦੇ ਇਹਦੇ ਜਰਮ ਅਸਲ ਦੇ ਵਿੱਚ ਜਦੋਂ ਅਸੀਂ ਦੁੱਧ ਨੂੰ ਗਰਮ ਕਰਦੇ ਹਾਂ ਨਾ, ਉਹ ਜਿਹੜੀ ਪ੍ਰੋਸੈਸ ਪਾਸਚਰਾਈਜ਼ੇਸ਼ਨ ਦੀ ਹੁੰਦੀ ਹੈ ਉਹ ਉਹਦੇ ਉਲਟ ਹੋ ਜਾਂਦੀ ਹੈ। ਦੁੱਧ ਨੂੰ ਗਰਮ ਨਹੀਂ ਕਦੇ ਵੀ ਕਰਨਾ ਚਾਹੀਦਾ, ਉਹਨੂੰ ਤੁਸੀਂ ਫਰਿੱਜ 'ਚ ਰੱਖੋ, ਜਿਹੜੀ ਉਹਦੀ ਡੇਟ ਹੈ ਉਹਦੇ ਮੁਤਾਬਕ ਚੱਲੋ ਔਰ ਤੁਸੀਂ ਉਹਨੂੰ ਸਹੀ ਢੰਗ ਨਾਲ ਵਰਤ ਲਓ। ਹਾਂ, ਅਗਰ ਤੁਸੀਂ ਗਰਮ ਕਰਕੇ ਪੀਣਾ ਕੱਪ ਪਸੰਦ ਕਰਦੇ ਹੋ ਉਹ ਇੱਕ ਅਲੱਗ ਚੀਜ਼ ਹੈਗੀ ਹੈ, ਪਰ ਇਸ ਕਰਕੇ ਗਰਮ ਨਾ ਆਪਾਂ ਕਰੀਏ ਕਿ ਇਹਦੇ ਨਾਲ ਹੁਣ ਇਹਦੀ ਲਾਈਫ ਵੱਧ ਜੂਗੀ ਜਾਂ ਇਹ ਖਰਾਬ ਨਹੀਂ ਹੋਊਗਾ ਜਾਂ ਇਹਦੇ ਹੁਣ ਜਰਮ ਮਰ ਜਾਣਗੇ। ਇਹਨਾਂ ਨੂੰ ਸਰਟਨ ਤਰੀਕੇ ਦੇ ਨਾਲ ਕਿੰਨੀ ਵਾਰੀ
ਪ੍ਰੋਸੈਸ ਕੀਤੇ ਜਾਂਦਾ ਦੁੱਧ ਨੂੰ। ਦੇਖੋ ਦੁੱਧ ਇੱਕ ਇਹੀ ਚੀਜ਼ ਜਿਹੜੀ ਰੋਜ਼ ਅਸੀਂ ਵਰਤਦੇ ਹਾਂ। ਇਹ ਤਾਂ ਉਹ ਆਪਾਂ ਨੂੰ ਇਹ ਵੀ ਪਤਾ ਹੈਗਾ ਵੀ ਜਿਹੜੇ ਹਲਕੇ ਕੁੱਤੇ ਦਾ ਵੀ ਜਿਹੜਾ ਇਲਾਜ ਸੀਗਾ ਨਾ, ਛੋਟੀ ਚੀਜ਼ ਨਹੀਂ, 14 ਟੀਕੇ ਢਿੱਡ 'ਚ ਲਾਉਣੇ ਪੈਂਦੇ ਸੀਗੇ ਤੇ ਜਿਹੜੇ ਇਹਨੇ ਉਹਦਾ ਇਲਾਜ ਕੱਢਿਆ। ਜੀ ਚਲੋ ਰੋਜ਼ਮਰਰਾ ਦੀ ਜਿਹੜੀ ਜ਼ਿੰਦਗੀ ਵਿੱਚ ਜਿਹੜਾ ਦੁੱਧ ਹੈ ਨਾ, ਉਹ ਕੋਈ ਇਹੋ ਜਿਹਾ ਦੇਸੀ ਘਰ ਹੈ ਹੀ ਨਹੀਂ ਜਿਹਦੇ ਫਰਿੱਜ 'ਚ ਦੁੱਧ ਨਾ ਪਿਆ ਹੋਵੇ। ਆਪਣੇ ਤਾਂ ਜਗਦੀਸ਼ ਜੀ ਜਿਹੜੇ ਪਾਸਚਰਾਈਜ਼ ਹੈ, ਆਪਣੇ ਤਾਂ ਸੱਭਿਆਚਾਰ ਵਿੱਚ ਕਹਿੰਦੇ ਦੁੱਧ ਤੇ ਪੁੱਤ। ਹਾਂਜੀ ਹਾਂਜੀ, ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਕਿਹਾ, ਇਹ ਉਹਨਾਂ ਨੇ ਕਿਹਾ ਜਾਣ ਕੇ ਬਚਈਆ ਦੂਧ ਪੂਤ ਕੇ ਦਿਵਈਆ। ਹਾਂਜੀ ਹਾਂਜੀ ਹਾਂ, ਤੇ ਚਲੋ ਬਾਕੀ ਵੀ ਹੋਰ ਬੰਦੇ ਇੰਤਜ਼ਾਰ ਕਰਦੇ ਹੋਣਗੇ, ਪਰ ਮੈਨੂੰ ਬੜਾ ਅੱਛਾ ਲੱਗਦਾ ਜਦ ਤੁਸੀਂ ਇਸ ਤਰ੍ਹਾਂ ਦੇ ਪ੍ਰੋਗਰਾਮ ਲੈ ਕੇ ਆਉਂਦੇ ਹੋ ਤੇ ਸਾਡਾ ਧਿਆਨ ਇੱਧਰ ਨੂੰ ਜਾਂਦਾ ਨਹੀਂ ਗਾ। ਅਸੀਂ ਸਾਰਾ ਦਿਨ ਨਾ ਬੈਠ ਕੇ ਉਹ ਕੋਈ WhatsApp 'ਚ ਇਹਨੇ ਭੇਜ ਦਿੱਤਾ, ਮਿਨਿਸਟਰ ਨੇ ਐਂ ਕਰ ਦਿੱਤਾ, ਸਾਰਾ ਦਿਨ ਕੁਛ ਨਾ ਕੁਛ ਲੋਕ ਇੰਨਾ ਸਮਾਨ ਭੇਜਦੇ ਰਹਿੰਦੇ ਆ। ਮੈਂ ਤਾਂ ਆਖਰ ਇਹ ਕਹਿਣ ਲੱਗਿਆ ਵੀ ਯਾਰ ਇਹਨੂੰ ਹੁਣ ਬਲੌਕ ਕਰੋ, ਵੀ ਇਹ ਬੰਦਾ ਮੈਨੂੰ ਕੰਮ ਖਰਾਬ ਕਰਦਾ। ਪਰ ਜਦੋਂ ਤੁਸੀਂ ਇਹ ਕੋਈ ਸਬਜੈਕਟ ਲੈ ਕੇ ਆਉਂਦੇ ਹੋ ਤੇ ਫਿਰ ਮੈਂ ਪਹਿਲਾਂ ਬੈਠ ਕੇ ਸੋਚਦਾ ਹੁੰਦਾ ਵੀ ਅੱਜ ਡਾਕਟਰ ਸਾਹਿਬ ਨੇ ਪਤਾ ਨਹੀਂ ਕਿਹੜਾ ਸਬਜੈਕਟ ਲੈ ਕੇ ਆਉਣਾ ਤੇ ਵੀ ਆਪਾਂ ਤਿਆਰੀ ਰੱਖੀਏ। ਤੇ ਮੈਂ ਪਾਸਚਰਾਈਜ਼ ਦੁੱਧ ਦੀ ਬਣੀ ਹੋਈ ਕੌਫੀ ਨਾਲ ਦੀ ਨਾਲ ਪੀ ਜਾਂਦਾ ਤੇ ਤੁਹਾਡਾ ਬਹੁਤ ਥੈਂਕ ਯੂ। ਤੁਸੀਂ ਚੜ੍ਹਦੀ ਕਲਾ 'ਚ ਰਹੋ ਔਰ ਇਸ ਤਰ੍ਹਾਂ ਦੇ ਸਮਾਜ ਦੀ ਸੇਵਾ ਕਰਦੇ ਰਹੋ। ਥੈਂਕ ਯੂ ਵੈਰੀ ਮਚ। ਬਹੁਤ ਬਹੁਤ ਮਿਹਰਬਾਨੀ ਮੇਰੇ ਵੀਰ ਜਗਦੀਸ਼ ਜੀ। ਇਹ ਤੁਸੀਂ ਜਗਦੀਪ ਸਿੰਘ ਹੁਣੀ ਗਲਾਸਗੋ ਤੋਂ ਜਿਨ੍ਹਾਂ ਨੇ ਆਪਣੇ ਵਿਚਾਰ ਸਾਨੂੰ ਸਾਂਝੇ ਕੀਤੇ। ਜਿਸ ਤਰ੍ਹਾਂ ਨੇ ਗੱਲ ਕੀਤੀ ਆ, ਅਸੀਂ ਦੁੱਧ ਰੋਜ਼ ਯੂਜ਼ ਕਰਦੇ ਹਾਂ, ਉਹ ਪਾਸਚਰਾਈਜ਼ ਮਿਲਕ ਹੁੰਦਾ ਤੇ ਅਸੀਂ ਯਾਨੀ ਜਿਹੜਾ ਹੈਗਾ ਕਦੀ ਸੋਚਿਆ ਵੀ ਨਹੀਂ ਹੋਣਾ ਲੈ ਵੀ ਕੌਣ ਬੰਦਾ ਸੀ, ਪਾਸਚਰਾਈਜ਼ ਦਾ ਕੀ ਮਤਲਬ ਕੀ ਹੈ। ਹੈਲੋ ਜੀ, ਕੌਣ ਤੋਂ ਜੀ, ਕਿੱਥੋਂ ਬੋਲ ਰਹੇ ਜੀ? ਹੈਲੋ ਹੈਲੋ, ਹਾਂਜੀ ਹਾਂਜੀ, ਆਪਣੇ ਚੌਹਾਨ ਸਾਹਿਬ। ਹਾਂ, ਜੈ ਭੀਮ ਜੈ ਭਾਰਤ। ਜੈ ਭੀਮ ਜੈ ਭਾਰਤ। ਹਾਂਜੀ ਚੌਹਾਨ ਸਾਹਿਬ, ਤੁਸੀਂ ਕੀ ਕਹਿਣਾ ਚਾਹੁੰਦੇ ਆ ਲੂਈ ਪਾਸਚਰ ਬਾਰੇ? ਦੇਖੋ, ਲੂਈਸ ਪਾਸਚਰ ਬਾਰੇ ਅੱਜ ਜਿਹੜੀ ਆਪ ਗੱਲ ਕਰ ਰਹੇ ਹੋ, ਉਹ ਬਹੁਤ ਮਹਾਨ ਵਿਗਿਆਨੀ ਸਨ। ਹਾਂਜੀ ਹਾਂਜੀ, ਕਿਉਂਕਿ ਉਹਨਾਂ ਬਾਰੇ ਜਾਣਕਾਰੀ ਮੈਨੂੰ ਇੰਡੀਆ ਦੇ ਵਿੱਚ ਜਿਸ ਵੇਲੇ ਮੈਂ ਉੱਥੇ ਵਿਦਿਆਰਥੀ ਸੀ, ਹਾਂ ਹਾਂ, ਕਿਉਂਕਿ ਮੈਂ ਕੈਮਿਸਟਰੀ ਤੇ ਬਾਇਓਲੋਜੀ ਪੜ੍ਹੀ ਹੈ। ਹਾਂਜੀ ਹਾਂਜੀ, ਉਸ ਵੇਲੇ ਉਹ ਫਿਰ ਪੜ੍ਹਦਿਆਂ ਤੇ ਉਹਨਾਂ ਦੇ ਨਾਂ ਦਾ ਪਤਾ ਲੱਗਾ ਸੀਗਾ, ਤਾਂ ਪਰ ਜ਼ਿਆਦਾ ਜਾਣਕਾਰੀ ਇੱਥੇ ਆ ਕੇ ਹੋਈ ਆ। ਕਿਉਂਕਿ ਇੱਥੇ ਇਦਾਂ ਦੇਖੋ ਵੀ ਬੜੀ ਤਾਂ ਗੱਲ ਇਹ ਹੈਗੀ ਆ ਵੀ ਆਪਾਂ ਉੱਥੋਂ ਭਾਰਤ ਤੋਂ ਆਏ ਆ, ਵੀ ਉੱਥੇ ਜਿਹੜੇ ਕਾਰੋਬਾਰ ਵੀ ਲੋਕ ਕਰਦੇ ਆ ਨਾ, ਉਹਨਾਂ ਨੂੰ ਵੀ ਕਈ ਨਫ਼ਰਤ ਨਾਲ ਦੇਖਿਆ ਜਾਂਦਾ। ਇਦਾਂ ਹੈ ਜੀ, ਇਦਾਂ ਹੈ। ਹੁਣ ਮੈਂ ਤਾਂ ਉੱਥੇ ਦੇਖਿਆ ਵੀ ਜਿਹੜੇ ਨਾ ਚਮੜਾ ਰੰਗਦੇ ਆ, ਉਹਨਾਂ ਨੂੰ ਕਈ ਚੰਗਾ ਨਹੀਂ ਜੀ, ਇੱਥੇ ਤਾਂ ਮੁਸ਼ਕ ਹੁੰਦਾ ਬਹੁਤ। ਬਿਲਕੁਲ, ਤੁਸੀਂ ਯਾਨੀ ਕਿ ਮੇਰੇ ਮੂੰਹ ਦੀ ਗੱਲ ਫੜ ਲਈ। ਇਹਦਾ ਬਾਪ ਯਾਨੀ ਕਿ ਚਮੜਾ ਰੰਗਦਾ ਸੀ। ਨਹੀਂ, ਮੈਂ ਤਾਂ ਫਿਰ ਡਿਟੇਲ ਚ ਇੱਥੇ ਉਹਨਾਂ ਦਾ ਤਾਂ ਬਹੁਤ ਵੱਡਾ ਕਾਰੋਬਾਰ ਸੀ। ਹਾਂਜੀ 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 ਹਾਂਜੀ, ਚਮੜੇ ਦਾ ਉਹਨਾਂ ਦਾ ਫਰਾਂਸ ਦੇ ਵਿੱਚ ਬਹੁਤ ਵੱਡਾ ਕਾਰੋਬਾਰ ਸੀ। ਇਦਾਂ ਸੀ ਜੀ। ਹਾਂਜੀ, ਤੇ ਪਰ ਉਹ ਬਾਅਦ ਦੇ ਵਿੱਚ ਦੇਖੋ ਵੀ ਜੋ ਕੁਝ ਉਹਨੇ ਕੀਤਾ ਹੈ ਨਾ, ਦੇਖੋ ਵੀ ਹੁਣ ਜਿੰਨੀਆਂ ਵੀ ਆਪਾਂ ਚੀਜ਼ਾਂ ਵਰਤਦੇ ਆ ਵੀ ਉਹ ਕਿੱਦਾਂ ਠੀਕ ਰਹਿੰਦੀਆਂ। ਔਰ ਦੇਖੋ ਵੀ ਜਿਹੜੇ ਫਰਿੱਜ ਦੇ ਵਿੱਚ ਜਿੰਨੀਆਂ ਚੀਜ਼ਾਂ ਰੱਖਦੀਆਂ ਕਿੱਦਾਂ ਟੈਂਪਰੇਚਰ ਦੇ ਵਿੱਚ। ਹੁਣ ਪਹਿਲੇ ਤਾਂ ਦੁੱਧ ਦੀ ਗੱਲ ਆ। ਹਾਂ, ਦੁੱਧ ਕਿੰਨਾ ਵਰਤੋਂ ਚ ਆਉਂਦਾ। ਨਹੀਂ, ਇਹ ਤੋਂ ਬਿਨਾਂ ਆਪਣੇ ਚੌਹਾਨ ਸਾਹਿਬ ਲੋਕਾਂ ਨੂੰ ਤੇ ਪਤਾ ਹੀ ਨਹੀਂ ਸੀਗਾ 200 ਸਾਲ ਪਹਿਲਾਂ, 150 ਸਾਲ ਪਹਿਲਾਂ ਲੈ ਵੀ ਹਵਾ ਵਿੱਚ ਜਰਮਸ ਹੁੰਦੇ ਆ। ਇਸ ਬੰਦੇ ਨੇ ਦੱਸਿਆ ਲੈ ਵੀ ਹਵਾ ਵਿੱਚ ਜਰਮਸ ਹੁੰਦੇ ਆ। ਕਿਉਂਕਿ ਉਹਨੇ ਬਹੁਤ ਜਾਨੀ ਖੋਜਾਂ ਕੀਤੀਆਂ ਔਰ ਪਤਾ ਕੀਤਾ ਵੀ ਇਸ ਤਰ੍ਹਾਂ ਖਰਾਬ ਹੁੰਦੀਆਂ ਔਰ ਕਿਸ ਤਰ੍ਹਾਂ ਉਹਨਾਂ ਨੂੰ ਠੀਕ ਰੱਖਿਆ ਜਾਂਦਾ। ਹਾਂਜੀ ਹਾਂਜੀ, ਹੁਣ ਦੇਖੋ ਵੀ ਆਪਾਂ ਦੁੱਧ ਲਿਆਉਣੇ ਉੱਤੇ ਡੇਟ ਲਿਖੀ ਹੋਈ ਆ। ਬਿਲਕੁਲ ਬਿਲਕੁਲ, ਬਈ ਉਸ ਤੋਂ ਬਾਅਦ ਉਹ ਜਿਹੜੀ ਮਤਲਬ ਉਹ ਦੁੱਧ ਖਰਾਬ ਹੋਣ ਦੇ ਹੋ ਜਾਂਦਾ ਹੈਗਾ। ਤੇ ਦੂਸਰੀ ਦੇਖੋ ਵੀ ਜਿਹੜੇ ਕੁੱਤਿਆਂ ਦੀ ਗੱਲ ਹੈ ਨਾ ਕੀਤੀ ਹੈਗੀ ਆ, ਬਿਲਕੁਲ ਇਹ ਮਤਲਬ ਇੰਡੀਆ ਤੇ ਕੁੱਤਿਆਂ ਨਾਲ ਬਹੁਤ ਲੋਕਾਂ ਦੀਆਂ ਮੌਤਾਂ ਹੁੰਦੀਆਂ। ਹਾਂਜੀ ਹਾਂਜੀ, ਕਿਉਂਕਿ ਉਹ ਜਿਹੜਾ ਜੋੜਾ ਟੀਕਾ ਉਹਨੂੰ ਤਿਆਰ ਕੀਤਾ ਉਹਦੇ ਨਾਲ ਹੀ ਬਚਾਅ ਹੁੰਦਾ। ਹਾਂਜੀ ਹਾਂਜੀ, ਪਰ ਵੱਡੀ ਤਾਂ ਗੱਲ ਆ ਵੀ ਉੱਥੇ ਦੇਖੋ ਜੇ ਮੈਂ ਤਾਂ ਹੈਰਾਨ ਆ ਵੀ ਉੱਥੇ ਏਦਾਂ ਦਾ ਸਿਸਟਮ ਖਰਾਬ ਆ ਨਾ। ਕਿਉਂਕਿ ਉਹ ਜਾਂਦੇ ਆ ਜਾਣੀ ਹੈ ਨਾ, ਹੁਣ ਕਈਆਂ ਕੁੱਤਿਆਂ ਨੂੰ ਜ਼ਿਆਦਾ ਬਿਮਾਰੀ ਹੁੰਦੀ ਹੈ। ਹਾਂਜੀ ਹਾਂਜੀ ਹਾਂਜੀ, ਕਿਉਂਕਿ ਪਿੰਡ ਚੋਂ ਕਿਸੇ ਬੱਚੇ ਨੂੰ ਕੱਟਦੇ ਆ ਤਾਂ ਲਿਜਾਂਦੇ ਜਾਨੀ ਦੇਰ ਹੋ ਜਾਂਦੀ ਹੈ। ਹਾਂਜੀ, ਤੇ ਇੱਥੇ ਜਾਨੀ ਮਤਲਬ ਹੁਣ ਵੱਡੀ ਤਾਂ ਗੱਲ ਆ ਵੀ ਜਿਹੜੀ ਕੋਈ ਦਵਾਈ ਆ ਉਹ ਈਜ਼ੀਲੀ ਮਿਲਣੀ ਚਾਹੀਦੀ ਹੈ। ਬਿਲਕੁਲ ਬਿਲਕੁਲ, ਕਿਉਂਕਿ ਉੱਥੇ ਤਾਂ ਇੰਨੀਆਂ ਨਾ ਮੌਤਾਂ ਹੁੰਦੀਆਂ ਕੁੱਤਿਆਂ ਦੇ ਨਾਲ ਵੀ ਉਹ ਮਤਲਬ ਟਾਈਮ ਸਿਰ। ਇੱਕ ਤਾਂ ਉੱਥੇ ਗਰੀਬ ਜਨਤਾ ਬਹੁਤ ਆ। ਹਾਂਜੀ ਹਾਂਜੀ, ਫਿਰ ਕੁੱਤੇ ਆਵਾਗੌਣ ਫਿਰਦੇ ਆ। ਹੁਣ ਇੱਥੇ ਦੇਖੋ ਵੀ ਜੇ ਕਿਸੇ ਨੇ ਕੁੱਤਾ ਰੱਖਿਆ ਤਾਂ ਉਹਦੀ ਜ਼ਿੰਮੇਵਾਰੀ ਹੈ ਉਹ ਦੱਸਣਾ ਪੈਂਦਾ ਵੀ ਤੂੰ ਇਹਨੂੰ ਸਭ ਕੁਝ ਠੀਕ ਰੱਖਣਾ। ਨਹੀਂ, ਇਹ ਤੋਂ ਬਿਨਾਂ ਜਿਹੜਾ ਲੂਈ ਪਾਸਚਰ ਸੀ, ਜਿਹੜੀਆਂ ਆਹ ਮਾਈਕਰੋਬਾਇਓਲੋਜੀ ਯਾਨੀ ਕਿ ਜਿਹੜੇ ਜਰਮਸ ਹੁੰਦੇ ਆ, ਜਿੱਦਾਂ ਹੁਣ ਕਰੋਨਾ ਵਾਇਰਸ ਹੈਗਾ ਯਾਨੀ ਕਿ ਜਾਂ ਹੋਰ ਜਰਮਸ ਹੈਗੇ ਆ, ਇਹ ਉਹਦੀਆਂ ਮਿਹਰਬਾਨੀਆਂ ਹੈ
ਨਹੀਂ ਉਹਨੂੰ ਸਾਰਾ ਕੁਝ ਉਹਨੇ ਮਤਲਬ ਦੇਖੋ ਪਹਿਲਾਂ ਤਾਂ ਹੁਣ ਕਾਕ ਨਹੀਂ ਕੱਢੀ, ਬਹੁਤ ਕੱਢੀਆਂ, ਪਰ ਉਹਦੇ ਆਮ ਜੀਵਨ ਦੇ ਵਿੱਚ ਉਹ ਵਰਤੋਂ ਹੋ ਰਹੀਆਂ। ਬਿਲਕੁਲ ਬਿਲਕੁਲ ਹੋ ਰਹੀਆਂ, ਕਿਉਂਕਿ ਕਈ ਤਾਂ ਹੁਣ ਦੇਖੋ ਕਈ ਚੀਜ਼ਾਂ ਦਾ ਤਾਂ ਪਤਾ ਨਹੀਂ, ਪਰ ਜਦੋਂ ਤੁਸੀਂ ਵਰਤਦੇ ਆ ਤਾਂ ਫਿਰ ਤਾਂ ਉਹਦਾ ਜ਼ਰੂਰ ਉਹਦੇ ਕਰਕੇ ਹੀ ਹੈ। ਪਰ ਉਹ ਬੜੇ ਦੁੱਖ ਦੀ ਗੱਲ ਹੈ ਵੀ ਜਿਨੀ ਇੰਨਾ ਕੁਝ ਕੀਤਾ ਉਹਨਾਂ ਬਾਰੇ ਲੋਕ ਕਿੰਨੇ ਅਣਜਾਣ ਆ। ਅਸੀਂ ਉਹਨਾਂ ਦਾ ਕਦੀ ਜਨਮ ਦਿਨ ਵੀ ਮਨਾਇਆ ਨਾ, ਉਹਨਾਂ ਦੀ ਕਦੀ ਜਿਹੜਾ ਹੈਗਾ ਵਿਛੋੜਾ ਦਿਨ ਮਨਾਇਆ, ਤੇ ਬਾਕੀ ਅਸੀਂ ਬਰਸੀਆਂ ਬਹੁਤ ਮਨਾਉਂਦੇ ਹਾਂ। ਨਹੀਂ ਉਹ ਦੇਖੋ ਜਿਨ੍ਹਾਂ ਦਾ ਆਪਣੇ ਨਾਲ ਕੋਈ ਮਤਲਬ ਹੀ ਨਹੀਂ ਹੈਗਾ। ਹਾਂ ਬਿਲਕੁਲ। ਹੁਣ ਘੱਟੋ ਘੱਟ ਜਿਨ੍ਹਾਂ ਲੋਕਾਂ ਨੂੰ ਪਤਾ ਹੈਗਾ ਆ ਉਹ ਤਾਂ ਮਤਲਬ ਇਹ ਗੱਲ ਕਰਨ। ਐਬਸੋਲੂਟਲੀ ਜਿਨ੍ਹਾਂ ਨੂੰ ਨਹੀਂ ਪਤਾ ਉਹ ਤਾਂ ਵੱਖਰੀ ਗੱਲ ਹੈ। ਇਸੇ ਕਰਕੇ ਚੌਹਾਨ ਸਾਹਿਬ ਜਾਣੀ ਕਿ ਛੋਟਾ ਜਿਹਾ ਇੱਕ ਉਪਰਾਲਾ ਸ਼ੁਰੂ ਕੀਤਾ ਹੈਗਾ ਤਾਂ ਕਿ ਨਹੀਂ ਇਹ ਤਾਂ ਮੈਂ ਤਾਂ ਜਿਹੜੀ ਇਹ ਤੁਹਾਡੀ ਕਿਤਾਬ ਆ ਨਾ ਇਹਦੀ ਸ਼ਲਾਘਾ ਹੋਣੀ ਚਾਹੀਦੀ ਆ, ਪਰ ਬੜੀ ਗੱਲ ਆ ਵੀ ਜਿਹੜੇ ਅਸੀਂ ਗਲਤ ਪਾਸੇ ਲੱਗੇ ਹੋਏ ਹਨ ਉਹ ਗਲਤ ਪਾਸਿਓਂ ਹਟਣਾ ਚਾਹੀਦਾ। ਬਿਲਕੁਲ ਬਿਲਕੁਲ। ਹੁਣ ਅਸੀਂ ਇੰਨੇ ਸਾਡੇ ਕਈ ਤਿਉਹਾਰ ਆ ਉਹਨਾਂ ਦਾ ਸਾਡੇ ਨਾਲ ਕੋਈ ਮਤਲਬ ਹੀ ਨਹੀਂ। ਇਦਾਂ ਹੀ ਹੈ ਜੀ, ਇਦਾਂ ਹੀ ਇਦਾਂ ਹੀ। ਉਹ ਜੇ ਪੁੱਛੋ ਉਹਨਾਂ ਨੂੰ ਕਿਸੇ ਨੂੰ ਨਹੀਂ ਪਤਾ। ਹਾਂਜੀ 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 ਹਾਂਜੀ। ਤਾਂ ਉਹਨਾਂ ਨੂੰ ਇੱਕ ਗੱਲ ਦੋ ਗੱਲਾਂ ਦਾ ਪਤਾ, ਇੱਕ ਤਾਂ ਉੱਥੇ ਲੰਗਰ ਚੰਗਾ ਹੁੰਦਾ ਹੁਣ ਉਹ ਲੰਗਰ ਦੇ ਵਿੱਚ ਸ਼ਰਾਬ ਸ਼ੁਰੂ ਹੋ ਗਈ ਹੈ। ਗੱਲ ਤਾਂ ਚੌਹਾਨ ਸਾਹਿਬ ਇਹ ਹੁੰਦੀ ਪੁੱਛਣ ਦੀ ਲੈ ਵੀ ਜਿਸ ਬੰਦੇ ਦਾ ਵੀ ਅਸੀਂ ਕੋਈ ਮਨਾ ਰਹੇ ਕੁਛ ਵੀ ਉਹਨੇ ਇਨਸਾਨੀਅਤ ਲਈ ਕੀ ਕੀਤਾ, ਲੋਕਾਂ ਲਈ ਕੀ ਕੀਤਾ। ਨਹੀਂ ਹੁਣ ਦੇਖੋ ਬੜੀ ਤਾਂ ਗੱਲ ਆ ਵੀ ਜੇ ਤੁਸੀਂ ਕੋਈ ਤਿਉਹਾਰ ਮਨਾਉਂਦੇ ਆ ਉਹਦੀ ਤੁਹਾਨੂੰ ਜਾਣਕਾਰੀ ਤਾਂ ਹੋਣੀ ਚਾਹੀਦੀ ਹੈ। ਬਿਲਕੁਲ ਬਿਲਕੁਲ। ਪਰ ਉਹ ਜਾਣੀ ਬਿਨਾਂ ਜਾਣਕਾਰੀ ਤੋਂ ਔਰ ਉਹਦੇ ਨਾਲ ਕੋਈ ਸੰਬੰਧ ਵੀ ਨਹੀਂ ਹੁੰਦਾ। ਇਹ ਤਾਂ ਬਹੁਤ ਤਕੜਾ ਬਿਜ਼ਨਸ ਚੱਲ ਰਿਹਾ ਜੀ। ਉਹ ਤਾਂ ਨਹੀਂ ਮੈਂ ਤਾਂ ਤੁਹਾਨੂੰ ਦੱਸਦਾ, ਤੁਸੀਂ ਹੈਰਾਨ ਹੋਵੋਗੇ ਵੀ ਮੈਂ ਕਿਸੇ ਧਰਮ ਦੇ ਵਿਰੁੱਧ ਨਹੀਂ। ਹਾਂਜੀ ਹਾਂਜੀ। 1947 ਤੋਂ ਪਹਿਲਾਂ ਜਿਹੜਾ ਨਾ ਪੀਰ ਲੱਖਦਾ ਤਾਂ ਇਹਦੀਆਂ ਚੌਂਕੀਆਂ ਲੱਗਦੀਆਂ ਸੀ। ਹਾਂਜੀ ਹਾਂਜੀ। ਉਹ ਪਾਰਟੀਸ਼ਨ ਹੋਣ ਨਾਲ ਉਹ ਫਿਰ ਉਹ ਲੋਕ ਤਾਂ ਉਧਰ ਚਲੇ ਗਏ। ਉਹ ਜਾਣ ਤੋਂ ਬਾਅਦ ਕੁਝ ਲੋਕਾਂ ਨੇ ਫੇਰ ਸ਼ੁਰੂ ਕਰ ਦਿੱਤੀਆਂ। ਇਹ ਤਾਂ ਚੌਹਾਨ ਸਾਹਿਬ ਪਿੱਛੇ ਜਿਹਾ ਸਰਵੇ ਹੋਇਆ ਪੰਜਾਬ ਵਿੱਚ, ਇੰਨੇ ਲੋਕੀ ਕਬਰਾਂ ਨੂੰ ਤੇ ਯਾਨੀ ਕਿਹੜਾ ਹੈਗਾ ਹੋਰ ਚੀਜ਼ਾਂ ਨੂੰ ਮੰਨਦੇ ਆ ਜਿੰਨੇ ਉਹਨੇ ਪਾਕਿਸਤਾਨ 'ਚ ਨਹੀਂ ਮੰਨਦੇ। ਉਹ ਫਿਰ ਦੇਖੋ ਜਿਹੜੇ ਹਨ ਨਾ ਮੁਸਲਮਾਨ ਚਲੇ ਗਏ ਸੀ, ਉਹਦੇ ਬਾਅਦ ਜਿਹੜੇ ਹੋਰ ਜਾਤਾਂ ਦੇ ਲੋਕ ਆ ਉਹਨੇ ਕਿਹਾ ਵੀ ਪੈਸੇ ਤਾਂ ਇਸ ਕਾਰੋਬਾਰ 'ਚ ਇਦਾਂ ਹੀ ਹੈ। ਉਹ ਹੁਣ ਨਾ ਇੱਥੇ ਪਿੰਡਾਂ ਤੋਂ ਹੁੰਦੇ ਜਾਣੀ ਉਹ ਜਗ੍ਹਾ ਜਗ੍ਹਾ ਮੇਲੇ ਲਾਉਂਦੇ ਆ। ਇਹ ਤਾਂ ਸਾਡੇ ਪਿੰਡ ਲੱਗਦਾ ਲੱਖਾਂ ਦਾ ਦਾਤਾ, ਪਤਾ ਨਹੀਂ ਕਿੱਥੋਂ ਪੈਦਾ ਹੋ ਗਿਆ ਉਹ। ਨਹੀਂ ਉਹ ਰੁਕਦੇ ਜਾਂਦੇ ਆ। ਉਹ ਨਾ ਉਹਨੀ ਪਿੰਡ ਆ ਵੀ ਜਿੱਦਾਂ ਹੁਣ ਬੜਾ ਪਿੰਡ ਆ ਬੋਪਰ ਗਾਂ ਜੰਡਿਆਲਾ, ਉਹ ਏਦਾਂ ਗਾਂ ਨੂੰ ਜਾਂਦੇ ਆ ਤਾਂ ਉਹ ਉੱਥੇ ਟਿਕਦੇ ਬਸ, ਉਹ ਪਤਾ ਹੈ ਨਹੀਂ ਕੁਛ ਵੀ। ਇਦਾਂ ਹੀ ਜੀ, ਇਦਾਂ ਹੀ। ਔਰ ਜ਼ਿਆਦਾ ਮੈਂ ਦੇਖਿਆ ਵੀ ਇਦਾਂ ਦੇ ਮੇਲਿਆਂ ਤੇ ਜਿਹੜਾ ਹੈ ਨਾ ਦਾਰੂ ਵਰਤਦੇ ਆ। ਬਹੁਤ ਕੁਝ ਚੱਲਦਾ ਜੀ ਉੱਥੇ। ਫਿਰ ਝਗੜੇ ਹੁੰਦੇ। ਦੇਖੋ ਬੜੀ ਤਾਂ ਗੱਲ ਆ ਵੀ ਜਿਨ੍ਹਾਂ ਨੂੰ ਇਹਨਾਂ ਦੇ ਸਾਇੰਸਦਾਨਾਂ ਬਾਰੇ ਗਿਆਨ ਆ ਉਹਨਾਂ ਨੂੰ ਜ਼ਰੂਰ ਦੱਸਣਾ ਚਾਹੀਦਾ। ਬਿਲਕੁਲ ਜੀ ਬਿਲਕੁਲ। ਕਿਉਂਕਿ ਉੱਥੇ ਵੀ ਜਿੱਥੇ ਵੀ ਤੁਸੀਂ ਸਭਾ ਕਰਦੇ ਆ ਜਾਂ ਕਿੱਦਾਂ ਵੀ ਜਿਹਨੇ ਕੁਛ ਕੀਤਾ ਉਹਨਾਂ ਬਾਰੇ ਤਾਂ ਦੱਸਣਾ ਚਾਹੀਦਾ। ਬਿਲਕੁਲ ਬਿਲਕੁਲ ਬਿਲਕੁਲ। ਪਰ ਹੋਰ ਜਿਹੜਾ ਜਾਨੀ ਹੋਰ ਗਲਤ ਗੱਲਾਂ ਬਹੁਤ ਦੱਸਦੇ ਆ ਵੀ ਜਿਹੜੇ ਸਪੀਕਰ ਬਾਰੇ ਤੁਸੀਂ ਗੱਲ ਕਰਦੇ ਆ, ਸਪੀਕਰ ਉਹ ਕਿਹਨੇ ਬਣਾਇਆ ਹੈਗਾ, ਕਦੀ ਇਹ ਦੱਸਿਆ ਉਹਨਾਂ ਨੇ? ਨਹੀਂ ਮੈਂ ਤਾਂ ਤੁਹਾਨੂੰ ਦੱਸਦਾ ਵੀ ਸਪੀਕਰ ਕੀ। ਹੁਣ ਉੱਥੇ ਦੇਖੋ ਵੀ ਜੇ ਤੁਸੀਂ ਕਿਸੇ ਵੀ ਚੀਜ਼ ਨੂੰ ਮੰਨਦੇ ਆ ਉੱਥੇ 2 ਸਪੀਕਰ ਲਾਉਣ ਦਾ ਕੀ ਮਤਲਬ? ਇਦਾਂ ਹੀ ਹੈ ਜੀ, ਇਦਾਂ ਹੀ। ਜੇ ਕੋਈ ਧਰਮ ਦੀ ਵੀ ਗੱਲ ਕਰਨੀ ਇੱਕ ਨਾ ਨਹੀਂ ਸਰਦਾ। ਪਰ ਉਹ ਸਵੇਰ ਤੋਂ ਹੀ ਜਾਣੀ ਉਹ ਕੰਪੀਟੀਸ਼ਨ ਚੱਲਦਾ ਵੇ ਆਵਾਜ਼ ਦੇ ਨਾਲ ਵੀ ਅਸੀਂ ਪਿੱਛੇ ਨਾ ਰਹਿ ਜਾਈਏ। ਇਦਾਂ ਹੀ ਜੀ, ਇਦਾਂ ਹੀ। ਇਸ ਕਰਕੇ ਜਿਹੜੀ ਇਹ ਮਤਲਬ ਵਿਗਿਆਨੀਆਂ ਬਾਰੇ ਤੁਹਾਡੀ ਕਿਤਾਬ ਬਹੁਤ ਸ਼ਲਾਘਾਯੋਗ ਆ ਔਰ ਮੈਂ ਬਹੁਤ ਪਸੰਦ ਕਰਦਾ। ਬਹੁਤ ਮਿਹਰਬਾਨੀ ਆਪਣੇ ਚੌਹਾਨ ਸਾਹਿਬ। ਇਹ ਤਸਜੀਫ ਕੀਚਨ ਚੌਹਾਨ ਹੋਣੀ ਬਰਮਿੰਗਮ ਤੋਂ ਜਿਨ੍ਹਾਂ ਨੇ ਫੋਨ ਸੀ ਕੀਤਾ, ਜਿਨ੍ਹਾਂ ਨੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕਦੇ ਅਸੀਂ ਆਮ ਸੋਚਦੇ ਵੀ ਨਹੀਂ ਹੈਗੇ ਵੀ ਜਿਹੜੀਆਂ ਚੀਜ਼ਾਂ ਅਸੀਂ ਵਰਤਦੇ ਹੈਗੇ ਹਾਂ, ਟੈਲੀਫੋਨ ਅਸੀਂ ਵਰਤਦੇ ਹੈਗੇ ਹਾਂ, ਇਲਾਜ ਅਸੀਂ ਕਰਾਉਣ ਜਾਂਦੇ ਹੈਗੇ ਹਾਂ, ਜਾਂ ਘਰ ਵਿੱਚ ਚੀਜ਼ਾਂ ਦੁੱਧ ਜਿਹਦਾ ਯੂਜ਼ ਕਰਦੇ ਹੈਗੇ ਹਾਂ ਜਾਂ ਪਾਣੀ ਨੂੰ ਯੂਜ਼ ਕਰਦੇ ਹੈਗੇ ਹਾਂ, ਵੀ ਇਹਦੇ ਵਿੱਚੋਂ ਇਹਨੂੰ ਜਰਮ ਰਹਿਤ ਕਿੱਦਾਂ ਬਣਾਇਆ ਜਾਂਦਾ ਹੈਗਾ। ਇਹਨਾਂ ਮਹਾਨ ਸ਼ਖਸੀਅਤਾਂ ਦੀ, ਇਹਨਾਂ ਮਹਾਨ ਜਿਹੜੇ ਵਿਗਿਆਨੀ ਹੈਗੇ ਉਹਨਾਂ ਦੀਆਂ ਕਾਢਾਂ ਕਰਕੇ ਅਸੀਂ ਅੱਜ ਜਿਹੜਾ ਹੈਗਾ ਹੈਲਥੀ ਯਾਨੀ ਕਿ ਜਿਹੜੀ ਲਾਈਫ ਸਟਾਈਲ ਹੈਗਾ ਜੀ ਰਹੇ ਹੈਗੇ ਹਾਂ। ਇਹ ਤਾਂ ਉਸ ਤੋਂ ਪਹਿਲਾਂ ਤਾਂ ਲੋਕਾਂ ਨੂੰ ਪਤਾ ਹੀ ਕੁਛ ਨਹੀਂ ਸੀਗਾ। ਤੇ ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲ ਰਹੇ ਜੀ? ਹੈਲੋ ਡਾਕਟਰ ਸਾਹਿਬ ਨਮਸਕਾਰ। ਜੈ ਭੀਮ ਜੈ ਭਾਰਤ। ਜੈ ਭੀਮ ਜੈ ਭਾਰਤ। ਮਾਨ ਸਾਹਿਬ ਹਾਂਜੀ, ਕੀ ਹਾਲ ਚਾਲ? ਠੀਕ? ਬਿਲਕੁਲ ਠੀਕ ਹੈ, ਤੁਸੀਂ ਦੱਸੋ ਕੀ ਹਾਲ ਹੈ? ਬਸ ਠੀਕ ਹੈ, ਚੱਲੀ ਜਾਂਦਾ। ਠੀਕ ਹੈ। ਪਹਿਲੇ ਤਾਂ ਤੁਹਾਨੂੰ ਬਹੁਤ ਕਿਹਨਾਂ ਸ਼ਬਦਾਂ ਨਾਲ ਤੁਹਾਡਾ ਸ਼ੁਕਰੀਆ ਅਦਾ ਕਰੀਏ ਕਿ ਤੁਸੀਂ ਇਦਾਂ ਦੇ ਸਬਜੈਕਟ ਲੈ ਕੇ ਆਉਂਦੇ ਹੋ ਤੇ ਦੁਨੀਆ ਨੂੰ ਜਾਣਕਾਰੀ ਦਿੰਦੇ ਹੋ ਕਿ ਕਿਹਨਾਂ ਨੇ ਸਾਇੰਸਦਾਨਾਂ ਨੇ ਸੰਸਾਰ ਦੇ ਵਿੱਚ ਜਿਹੜੀ ਮਨੁੱਖ ਦੀ ਜੀਵਨ ਹੈਗੀ ਉਹਨੂੰ ਕਿੱਦਾਂ ਸਿਖਾਲਾ ਤੇ ਉਹਦੇ ਲਈ ਕੀ ਦਵਾਈਆਂ ਕੱਢੀਆਂ, ਕਿੱਦਾਂ ਦੇ ਟੀਕੇ ਕੱਢੇ,
ਕੀ ਉਹਨਾਂ ਨੇ ਰਿਸਰਚ ਕੀਤੀ, ਅਸੀਂ ਕਦੀ ਉਹਨਾਂ ਨੂੰ ਯਾਦ ਹੀ ਨਹੀਂ ਕਰਦੇ। ਬਿਲਕੁਲ ਬਿਲਕੁਲ। ਮੈਨੂੰ ਤਾਂ ਪਹਿਲੀ ਤਾਂ ਗੱਲ ਇਹ ਹੈ ਕਿ ਜਿੰਨੇ ਵੀ ਸਾਡੇ ਸਾਇੰਟਿਸਟ ਹੈ ਨਾ ਜਾਂ ਪ੍ਰੋਫੈਸਰ ਆ, ਉਹਨਾਂ ਨੂੰ ਇਹਨਾਂ ਚੀਜ਼ਾਂ ਮਗਰ ਇਹਨਾਂ ਦੇ ਮਗਰ ਲੱਗਣ ਚਾਹੀਦਾ ਹੈਗਾ, ਕਿਉਂਕਿ ਜਿੰਨੇ ਵੀ ਸਾਇੰਟਿਸਟ ਹੈਗੇ ਆ ਉਹਨਾਂ ਨੂੰ ਜਨਮ ਦਿਨ ਉਹਨਾਂ ਦੇ ਯੂਨੀਵਰਸਿਟੀ ਲੈਵਲ ਤੇ ਵੱਡੇ ਲੈਵਲ ਤੇ ਮਨਾਉਣੇ ਚਾਹੀਦੇ ਆ। ਐਬਸੋਲੂਟਲੀ ਆਈ ਐਗਰੀ। ਯੈਸ ਯੈਸ। ਕਿਉਂਕਿ ਸਕੂਲਾਂ ਦੇ ਵਿੱਚ ਵੀ ਉਹਨਾਂ ਦੇ ਜਨਮ ਦਿਨ ਮਨਾਉਣੇ ਚਾਹੀਦੇ, ਕਾਲਜਾਂ ਵਿੱਚ, ਯੂਨੀਵਰਸਿਟੀਆਂ ਵਿੱਚ। ਕਿਉਂਕਿ ਜੇ ਅਸੀਂ ਲੱਖਾਂ ਦੇ ਦਾਤੇ ਦੇ ਜਨਮ ਦਿਨ ਮਨਾਉਂਦੇ ਰਹੇ ਤਾਂ ਕਿਤੇ ਨਹੀਂ ਪਹੁੰਚ ਸਕਦੇ। ਉਹ ਲੱਖਾਂ ਦਾ ਦਾਤਾ ਆਪ ਬਣ ਗਿਆ ਹੋਊਗਾ, ਲੇਕਿਨ ਲੋਕਾਂ ਨੂੰ ਨਹੀਂ ਉਹਨੇ ਬਣਨ ਦਿੱਤਾ। ਉਹ ਲੱਖਾਂ ਦੇ ਦਾਤੇ ਦਾ ਤਾਂ ਪਤਾ ਨਹੀਂ ਵੀ ਕੋਈ ਕਿੱਥੇ ਜੰਮਿਆ ਸੀ, ਕੀ ਕੀਤਾ ਉਹਨੇ, ਕੀ ਹੁਣ ਉਦੋਂ ਬਾਅਦ ਕੀ ਦੇ ਕੇ ਗਿਆ, ਉਹਦਾ ਪਤਾ ਹੀ ਨਹੀਂ। ਹੁਣ ਹਰੇਕ ਸਾਲ ਗੁੱਗਾ ਜਾਰ ਹੁਣ ਆਉਣ ਵਾਲਾ ਮੋਰੇ। ਹਾਂਜੀ ਹਾਂਜੀ ਹਾਂਜੀ। ਗੁੱਗਾ ਜਾਰ ਪੀਰ ਹਾਂਜੀ, ਉਹਦੇ ਲਈ ਢੋਲਕੀਆਂ ਛਾਣੇ ਤੇ ਡੋਰੂ ਵਜਾਉਣੇ ਆ। ਤੇ ਇਹ ਜਿਹੜੀ ਚੀਜ਼ ਹੈਗੀ ਹੈ ਨਾ, ਸਾਡੇ ਲੋਕਾਂ ਨੂੰ ਆਪਣਾ ਦਿਮਾਗ ਦੀ ਜਿਹੜੀ ਹੈ ਨਾ ਘੁੰਡੀ ਹੈ, ਇਹਨੂੰ ਖੋਲਣੀ ਦੀ ਲੋੜ ਆ। ਕਿਉਂਕਿ ਇਹ ਦਿਮਾਗ ਤੁਹਾਨੂੰ ਨੈਚੁਰਲੀ ਮਿਲਿਆ ਆ, ਸੋਚਣ ਵਾਸਤੇ ਮਿਲਿਆ ਆ। ਬਿਲਕੁਲ ਬਿਲਕੁਲ। ਅੰਧ ਵਿਸ਼ਵਾਸ ਪੈਣ ਦੀ ਬਜਾਏ ਤੁਹਾਨੂੰ ਆਪਣੇ ਆਪੋ ਦੀਪੋ ਭਵ ਬਣਨਾ ਚਾਹੀਦਾ। ਆਪਣਾ ਦੀਪਕ ਆਪ ਬਣੋ, ਉਸ ਚੀਜ਼ ਤੇ ਬਿਲੀਵ ਕਰੋ ਜਿਹੜੀ ਤੁਹਾਡੇ ਮਨ ਨੂੰ ਚੰਗੀ ਲੱਗਦੀ ਆ, ਔਰ ਉਹਦੇ ਤੋਂ ਪਹਿਲੇ ਤਾਂ ਬਿਲੀਵ ਕਰੋ। ਇਹ ਨਾ ਮੰਨੋ ਕਿ ਕਿਸੇ ਨੇ ਏਦਾਂ ਕੀਤੀ ਆ, ਕੀਤੀ ਬਜ਼ੁਰਗਾਂ ਨੇ ਇਹ ਧਾਰਮਿਕ ਗ੍ਰੰਥਾਂ 'ਚ ਲਿਖੀ ਆ, ਉਹਨੂੰ ਮੰਨੀ ਜਾਓ। ਲੀਗ ਦੇ ਫਕੀਰ ਨਹੀਂ ਬਣਨਾ ਚਾਹੀਦਾ। ਲੀਗ ਦੇ ਫਕੀਰ ਦੀ ਤੁਹਾਨੂੰ ਮਾੜੀ ਜੀ ਗੱਲ ਦੱਸਦਾ ਮੈਂ। ਉਹ ਲੀਗ ਦੇ ਫਕੀਰ ਨਾ ਅਕਬਰ ਬਾਦਸ਼ਾਹ ਸੀਗਾ, ਤੇ ਉਹ ਬੜੀ ਗੱਲ ਕਹਿੰਦਾ ਕਿ ਲੋਕ ਸਾਡੇ ਜੀ ਲੀਗ ਦੇ ਫਕੀਰ ਆ। ਉਹ ਕਹਿੰਦਾ ਕਿੱਦਾਂ? ਕਹਿੰਦਾ ਜੀ ਆਓ ਮੈਂ ਤੁਹਾਨੂੰ ਦੱਸਦਾ। ਉਹ ਕਹਿੰਦਾ ਮੈਨੂੰ ਇੱਕ ਗਧਾ ਲੈ ਦਿਓ। ਉਹਨੇ ਗਧਾ ਲਿਆ, ਉਹ ਕਹਿੰਦਾ ਜੀ ਇਹਨੂੰ ਮਾਰ ਦਿਓ। ਕਹਿੰਦਾ ਤੇਰਾ ਦਿਮਾਗ ਖਰਾਬ ਆ। ਉਹ ਗਧਾ ਮਾਰ ਦਿੱਤਾ, ਉਹਨੇ ਦੂਰ ਜਾ ਕੇ ਰਾਤ ਨੂੰ ਦੱਬ ਦਿੱਤਾ। ਅੱਛਾ ਜੀ। ਤੇ ਉੱਥੇ ਜਾ ਕੇ ਸਵੇਰ ਨੂੰ ਤੇ ਸ਼ਾਮ ਨੂੰ ਦੀਵਾ ਜਲਣ ਲੱਗ ਪਿਆ। ਉਹ ਹੁਣ ਇੱਕ ਦੀਵਾ ਜਲਿਆ ਤੇ ਦੂਸਰੇ ਬੰਦੇ ਨੇ ਦੇਖਿਆ ਤੇ ਇੱਥੇ ਬੀਰਬਲ ਦੀਵਾ ਜਾਲਦਾ, ਇਹ ਤਾਂ ਕੋਈ ਗੱਲ ਹੋਊਗੀ। ਤਾਂ ਉੱਥੇ ਦੂਸਰੇ ਬੰਦੇ ਨੇ ਵੀ ਦੀਵਾ ਜਾਲ ਦਿੱਤਾ। ਸ਼ਾਮ ਨੂੰ ਲੋਕ ਸੁੱਖਾ ਸੁਖਾਉਣੇ ਲੱਗ ਪਏ। ਤਾਂ ਅਕਬਰ ਨੂੰ ਕਹਿੰਦਾ ਜੀ ਇੱਥੇ ਮੰਦਿਰ ਬਣਾ ਦਿਓ। ਉਹਨੂੰ ਅਕਬਰ ਨੂੰ ਨਹੀਂ ਸੀ ਪਤਾ, ਉਹਨੇ ਮੰਦਿਰ ਬਣਾਤਾ ਉੱਥੇ। ਹਾਂਜੀ, ਥੋੜੀ ਚਿਰ ਬਾਅਦ ਉੱਥੇ ਬੜੇ ਬੜੇ ਮੇਲੇ ਲੱਗਣ ਲੱਗ ਪਏ। ਤਾਂ ਇੱਕ ਦਿਨ ਅਕਬਰ ਨੂੰ ਵੀ ਉੱਥੇ ਲੈ ਗਿਆ ਜੀ। ਕਹਿੰਦਾ ਜੀ ਆਓ ਤੁਹਾਨੂੰ ਮੇਲਾ ਦਿਖਾ ਲਈਏ। ਉਹ ਮੇਲੇ ਤੇ ਲੈ ਗਿਆ। ਕਹਿੰਦਾ ਜੀ ਮੰਦਿਰ ਨੂੰ ਢਵਾ ਦਿਓ। ਕਹਿੰਦਾ ਤੇਰਾ ਦਿਮਾਗ ਖਰਾ, ਲੱਖਾਂ ਦੁਨੀਆ ਇਕੱਠੀ ਹੋਈ ਆ, ਵੀ ਇਹ ਕਿੱਦਾਂ ਹੋ ਸਕਦੀ? ਕਹਿੰਦਾ ਨਹੀਂ ਢਵਾ ਦਿਓ। ਹੁਣ ਉਹ ਅਕਬਰ ਸੀ, ਉਹਨੇ ਮੰਦਿਰ ਢਵਾਤਾ। ਜਦ ਥੱਲੇ ਦੇਖਿਆ ਉਹ ਗਧੇ ਦਾ ਕੰਗਾਰ ਪਿਆ ਸੀਗਾ ਥੱਲੇ। ਕਹਿੰਦਾ ਜੀ ਲੋਕ ਇਹਨੂੰ ਮੱਥਾ ਟੇਕੀ ਜਾਂਦੇ ਆ, ਸੁੱਖਾਂ ਸੁਖਣੀ ਜਾਂਦੇ ਆ। ਤਾਂ ਮੈਂ ਕਹਿੰਦਾ ਲੋਕ ਲੀਕ ਦੇ ਫਕੀਰ ਆ, ਕੋਈ ਨਹੀਂ ਪਤਾ ਕਰਦਾ ਵੀ ਇੱਥੇ ਕੀ ਸੀਗਾ, ਕੀ ਪਹਿਲਾਂ ਸੀ। ਹਾਂਜੀ, ਤੋਂ ਇਹਨੇ ਤੁਹਾਡੇ ਜਿਹੜਾ ਇਹ ਸਬਜੈਕਟ ਹੁੰਦੇ ਆ ਨਾ, ਬਹੁਤ ਮਤਲਬ ਗਿਆਨ ਪੂਰਵਕ ਹੁੰਦੇ ਆ। ਤਾਂ ਇਦਾਂ ਦੇ ਸਬਜੈਕਟ ਲੈ ਕੇ ਆਉਂਦੇ ਰਿਹਾ ਕਰੋ। ਜੈ ਭੀਮ ਡਾਕਟਰ ਸਾਹਿਬ, ਜੈ ਭਾਰਤ। ਜੈ ਭੀਮ, ਜੈ ਭਾਰਤ। ਮਾਨ ਸਾਹਿਬ, ਇਹ ਤਾਂ ਅਸੀਂ ਪ੍ਰੇਮ ਮਾਨ ਹੋਣੇ ਲੰਡਨ ਤੋਂ ਜਿਹਨਾਂ ਨੇ ਫੋਨ ਕੀਤਾ। ਛੋਟਾ ਜਿਹਾ ਇੱਕ ਉਪਰਾਲਾ ਹੈ ਇਹ ਕੀਤਾ ਸ਼ੁਰੂ, ਤਾਂ ਕਿ ਲੋਕਾਂ ਨੂੰ ਵਹਿਮਾਂ ਭਰਮਾਂ 'ਚੋਂ ਬਾਹਰ ਕੱਢਿਆ ਜਾ ਸਕੇ ਤੇ ਉਹਨਾਂ ਮਹਾਨ ਸ਼ਖਸੀਅਤਾਂ ਬਾਰੇ ਗੱਲ ਕੀਤੀ ਜਾ ਸਕੇ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲ ਰਿਹਾ ਜੀ? ਹੈਲੋ ਜੀ, ਮੈਂ ਮੁਹੰਮਦ ਬੋਲ ਰਿਹਾ। ਮੁਹੰਮਦ ਸਾਹਿਬ, ਤੁਸੀਂ ਕੀ ਕਹਿਣਾ ਚਾਹੁੰਦੇ ਲੂਈ ਪਾਸਚਰ ਬਾਰੇ? ਲੂਈ ਪਾਸਚਰ ਦਾ ਵੈਸੇ ਬੜਾ ਮਤਲਬ ਐਂਟੀਜਨ, ਐਂਟੀਬਾਡੀ ਤੇ ਵੈਕਸੀਨੇਸ਼ਨ ਦੀ ਉਹਨੇ ਥਿਊਰੀਆਂ ਮੁਤਲਕ ਲਿਖਿਆ। ਤੇ ਅਲੈਗਜ਼ੈਂਡਰ ਫਲੇਮਿੰਗ ਤੇ ਲੂਈ ਪਾਸਚਰ ਬੜੇ ਮਤਲਬ ਪੁਰਾਣੇ ਸਾਇੰਟਿਸਟ ਵਿੱਚ ਮਸ਼ਹੂਰ ਨੇ। ਹਾਂਜੀ। ਲੇਕਿਨ ਇੱਕ ਗੱਲ ਮੈਂ ਜ਼ਰਾ ਟੌਪੀਕਲ ਕਰਨਾ ਚਾਹਨਾ। ਹੁਣ ਦੇਖੋ ਕੋਵਿਡ ਨੇ ਸਾਰੀ ਦੁਨੀਆ 'ਚ ਵਕਤ ਪਾਇਆ ਦਾ ਹੈ ਤੇ ਵਾਇਰਸ ਡਿਟੈਕਟ ਹੀ ਨਹੀਂ ਹੋ ਗਿਆ ਕਿਸ ਕਿਸਮ ਦਾ ਵਾਇਰਸ ਸੀ ਜਿਹਨੇ ਇੰਨੀ ਬਿਮਾਰੀ ਲੋਕਾਂ 'ਚ ਫੈਲਾਈ ਹੈ। ਤੇ ਇਸ ਤਰ੍ਹਾਂ ਦਾ ਮਤਲਬ ਬੈਕਟੀਰੀਆ ਜਾਂ ਦੂਸਰੇ ਪੈਰਾਸਾਈਟਸ ਜਾਂ ਜਿਸ ਤਰ੍ਹਾਂ ਵੀ ਤੁਸੀਂ ਉਹ ਲੂਈ ਪਾਸਚਰ ਦਾ ਜ਼ਿਕਰ ਕੀਤਾ ਹੈ। ਲੇਕਿਨ ਮੈਂ ਬੜੀ ਵੈਰੀ ਸਰਪ੍ਰਾਈਜ਼ਡ, ਕਿਉਂਕਿ ਮੈਂ ਖੁਦ ਮੈਡੀਕਲ ਪ੍ਰੋਫੈਸ਼ਨ ਤੋਂ ਬਿਲੋਂਗ ਕਰਨਾ, ਕਿ ਵਾਇਰੋਲੋਜੀ ਦੇ ਮੁਤਲਕ, ਵਾਇਰਸ ਦੇ ਮੁਤਲਕ ਕੋਈ ਇੰਨੀ ਰਿਸਰਚ ਨਹੀਂ ਕੀਤੀ ਸਾਇੰਟਿਸਟ ਨੇ ਜਿੰਨੀ ਕਿ ਹੋਣੀ ਚਾਹੀਦੀ ਹੈ। ਅਗਰ ਉਹ ਵਾਇਰਸ ਦੇ ਮੁਤਲਕ ਵੀ ਇੰਨਾ ਉਹ ਕਰਦੇ ਮਤਲਬ ਮਾਡਰਨ ਸਾਇੰਟਿਸਟ, ਤੇ ਇਹ ਕੋਵਿਡ ਨੂੰ ਖਤਮ ਕੀਤਾ ਜਾ ਸਕਦਾ ਸੀ ਜਾਂ ਉਹਨੂੰ ਇੰਨਾ ਫੈਲਣ ਤੋਂ ਰੋਕਿਆ ਜਾ ਸਕਦਾ ਸੀ। ਤੇ ਆਈ ਥਿੰਕ ਵਾਇਰੋਲੋਜੀ, ਵਾਇਰਸ ਦੇ ਫੈਲਾਅ ਦੇ ਬਾਰੇ 'ਚ ਵੀ ਮਾਡਰਨ ਸਾਇੰਟਿਸਟ ਨੂੰ ਕੰਸਨਟਰੇਟ ਕਰਨਾ ਚਾਹੀਦਾ ਹੈ। ਥੈਂਕ ਯੂ ਜੀ, ਥੈਂਕ ਯੂ। ਇਹ ਤਾਂ ਸੀ ਜੀ ਡਾਕਟਰ ਮੁਹੰਮਦ ਹੋਣੀ, ਜਿਨ੍ਹਾਂ ਨੇ ਆਪਣੇ ਵਿਚਾਰ ਆਪਣੇ ਸਾਰਿਆਂ ਨਾਲ ਸਾਂਝੇ ਕੀਤੇ। ਤੁਸੀਂ ਲੂਈ ਪਾਸਚਰ ਬਾਰੇ ਕੀ ਕਹਿਣਾ ਚਾਹੁੰਦੇ? ਕਿਉਂਕਿ ਲੂਈ ਪਾਸਚਰ ਬਾਰੇ ਗੱਲ ਹੋ ਰਹੀ ਆ, ਉਸ ਮਹਾਨ ਸ਼ਖਸੀਅਤ ਬਾਰੇ, ਉਸ ਮਹਾਨ ਸਾਇੰਸਦਾਨ ਬਾਰੇ ਗੱਲ ਹੋ ਰਹੀ ਆ, ਜਿਹਨੇ ਦੁਨੀਆ ਵਿੱਚ ਪਹਿਲੀ ਵਾਰੀ ਦੱਸਿਆ ਕਿ ਜਿਹੜਾ ਹਵਾ ਵਿੱਚ ਹੈਗੇ ਆ ਉਹ ਜਰਮਸ ਹੁੰਦੇ ਆ। ਨਹੀਂ ਤਾਂ ਪਹਿਲਾਂ ਉਦੋਂ ਪਤਾ ਨਹੀਂ ਸੀ ਵੀ ਹਵਾ ਵਿੱਚ ਵੀ ਜਰਮਸ ਹੁੰਦੇ ਹੈ। ਤੇ
ਇਹ ਯਾਨੀ ਕਿ ਜਿਹੜੇ ਜਰਮਸ ਵੀ ਹੁੰਦੇ ਹੈਗੇ ਲੈ ਵੀ ਉਹ ਕੁਛ ਚੰਗੇ ਵੀ ਹੁੰਦੇ ਤੇ ਕੁਛ ਮਾੜੇ ਵੀ ਹੁੰਦੇ ਆ, ਜਿਹੜੀਆਂ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਲੱਗਦੀਆਂ, ਸਾਹ ਨਾਲ ਬਿਮਾਰੀਆਂ ਲੱਗਦੀਆਂ, ਕਿਉਂਕਿ ਅਸੀਂ ਸਾਹ ਲੈਂਦੇ ਹੈਗੇ ਆਕਸੀਜਨ ਯਾਨੀ ਕਿ ਲੈਣ ਦੀ ਕੋਸ਼ਿਸ਼ ਕਰਦੇ ਹੈਗੇ ਹਵਾ ਵਿੱਚੋਂ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲ ਰਹੇ ਜੀ? हेलो हेलो, हाँ जी, हाँ मैं खुशीराम बोल रहा हूँ वैनकूवर से। डॉक्टर साहब, खुशीराम, आपका क्या धन्यवाद किया जाए। एज यूजुअल आप बढ़िया से बढ़िया सब्जेक्ट लेके आते हैं। मैं वैसे साइंस में एक्सपर्ट हूँ, मैंने साइंस पढ़ी नहीं है ना स्कूल में ना कॉलेज में। हाँ। लेकिन ये देखा है कि मैंने रियल नॉलेज जो है वो साइंस में ही है। बिल्कुल। तो अब मैं इतना इसका शायक हो गया हूं कि अपनी लाइब्रेरी में मैंने एक फोटो रखी हुई है जो 1927 जेडी क्वांटम मैकेनिक्स की कॉन्फ्रेंस हुई थी सॉलबरी च। ਉਹਦੇ ਵਿੱਚ 29 ਸਾਇੰਟਿਸਟ ਹੈ ਜਿਨ੍ਹਾਂ ਵਿੱਚੋਂ 28 ਨੋਬਲ ਪ੍ਰਾਈਜ਼ ਵਿਨਰਸ ਹੈ। ਬਿਲਕੁਲ। ਮੈਂ ਉਹਨਾਂ ਸਾਇੰਟਿਸਟ ਨੂੰ ਰੋਜ਼ ਹੀ ਨਮਸਕਾਰ ਕਰਦਾ ਕਿਉਂਕਿ ਉਹਨਾਂ ਦੀ ਦਰਾਫਤਾਂ ਨਾਲ ਹੀ ਸਾਡੀ ਜਿਹੜੀ ਜ਼ਿੰਦਗੀ ਹੈ ਇਤਨੀ ਵਧੀਆ ਬਣੀ ਹੈ। ਔਰ ਇੱਕ ਖਾਸ ਕਰਕੇ ਲੂਈ ਪਾਸਚਰ ਦਾ ਅੱਜ ਇਹਨਾਂ ਨੇ ਸਬਜੈਕਟ ਦਾ ਟੱਚ ਕੀਤਾ, ਉਹਦੇ ਵਿੱਚ ਮੈਂ ਇਹ ਦੇਖਿਆ ਕਿ ਲੂਈ ਪਾਸਚਰ ਨੇ ਇਹ ਜਰਮਸ ਦੀ ਨਈ ਦੁਨੀਆ ਹੀ ਦਰਾਫਤ ਕਰ ਦਿੱਤੀ ਹੈ। ਇਹ ਜੈਸੇ ਸਾਡੀ ਦੁਨੀਆ ਹੈ ਨਾ, ਸਾਡੇ ਜੀਵ ਜੰਤ ਹੈ ਜਾਂ ਬ੍ਰਿਕਸ਼ਾਂ ਦੀ ਹੈ यानी प्लांट्स दी, इस तरह ही इन्हां दी भी अपनी दुनिया है और ਇਹਦੇ ਵਿੱਚ ਕਿੰਨੇ ਕਿਸਮ ਦੇ ਉਹਦੇ ਵਿੱਚ ਕਿੰਨੀਆਂ ਜਿਨਸਾਂ ਪਾਈਆਂ ਜਾਂਦੀਆਂ, ਉਹਨਾਂ ਵਿੱਚੋਂ ਕਈ ਖਤਰਨਾਕ ਹੈ ਸਾਡੇ ਵਾਸਤੇ, ਕਈ ਯੂਜ਼ਫੁਲ ਹੈ। ਔਰ ਇਸ ਦੇ ਉੱਤੇ ਜਿੰਨੀ ਰਿਸਰਚ ਕੀਤੀ ਅੱਜ ਜਿਹੜੀ ਸਾਡੀ ਜ਼ਿੰਦਗੀ ਹੈ ਔਰ ਖਾਸ ਕਰਕੇ ਮੈਡੀਕਲ ਸਾਇੰਸ ਸਾਡੀ ਜ਼ਿੰਦਗੀ ਨੂੰ ਪ੍ਰੋਲੋਂਗ ਕਰਨ ਵਾਸਤੇ ਉਹਦੇ ਵਿੱਚ ਲੂਈ ਪਾਸਚਰ ਦਾ ਮੇਰਾ ਖਿਆਲ ਹੈ ਮੈਂ ਅਗਰ ਨਾ ਗੱਪ ਮਾਰਾਂ ਤੇ 99% ਉਹਦਾ ਹਿੱਸਾ ਹੈ। ਬਹੁਤ ਹੀ ਦੁਨੀਆ ਦੇ ਵਿੱਚ ਕੈਸੇ ਕੈਸੇ ਇਨਸਾਨ ਪੈਦਾ ਹੋਏ ਆ, ਲੇਕਿਨ ਅਫਸੋਸ ਦੀ ਗੱਲ ਇਹ ਹੈ ਕਿ ਸਾਡੇ ਭਾਰਤ ਵਿੱਚ ਨਾ ਕੋਈ ਚੰਗਾ ਸਾਇੰਸਦਾਨ ਪੈਦਾ ਹੋਇਆ, ਨਾ ਕੋਈ ਚੰਗਾ ਫਿਲਾਸਫਰ ਪੈਦਾ ਹੋਇਆ। ਜਦੋਂ ਮੈਂ ਲਿਸਟ ਦੇਖਦਾ ਜਾਂ ਬਿਬਲੀਓਗ੍ਰਾਫੀ ਦੇਖਦਾ ਉਹਦੇ ਵਿੱਚ ਕਦੀ ਵੀ ਮੈਨੂੰ ਇੰਡੀਅਨ ਸਾਇੰਟਿਸਟ ਦੀ ਜਾਂ ਇੰਡੀਅਨ ਥਿੰਕਰ ਦਾ ਨਾਂ ਕਦੀ ਵੀ ਉਹਦੇ ਵਿੱਚ ਨਹੀਂ ਆਇਆ। ਇਹ ਬੜੇ ਅਫਸੋਸ ਦੀ ਗੱਲ ਹੈ। ਦੇਖੋ ਅਸੀਂ ਵੈਸੇ ਬੜੀਆਂ ਗੱਪਾਂ ਮਾਰਦੇ ਕਿ ਸਾਡੀ ਸਿਵਲਾਈਜੇਸ਼ਨ ਇੰਨੀ ਲੰਬੀ ਚੌੜੀ ਹੈ, ਪੁਰਾਣੀ ਹੈ ਔਰ ਇਹ ਹੈ ਉਹ ਹੈ, ਸਵਾਏ ਜਿਹੜੀ ਅਣਹੋਣੀ ਚੀਜ਼ ਹੈ ਈਸ਼ਵਰ ਨੇ ਪੈਦਾ ਕਰਤਾ ਮੰਨ ਮੱਲੀ ਜਿਹਦਾ ਕੋਈ ਵਜੂਦ ਨਹੀਂ ਹੈ ਔਰ ਉਹਦੇ ਉੱਤੇ ਇੰਨੀ ਥੀਅਰਾਈਜ਼ਿੰਗ ਹੋਈ ਹੈ ਕਿ ਸਾਡੀਆਂ ਸਾਰੀਆਂ ਬੁੱਕਸ ਇਹਦੇ ਨਾਲ ਹੀ ਭਰੀਆਂ ਪਈਆਂ, ਇਹ ਤੋਂ ਇਲਾਵਾ ਹੈ ਹੀ ਕੁਛ ਨਹੀਂ। ਇਹ ਮੈਨੂੰ ਬੜੇ ਤੁਸੀਂ ਆਈ ਡੋਂਟ ਨੋ ਵੈਦਰ ਯੂ ਲਾਈਕ ਮਾਈ ਸਟੇਟਮੈਂਟ, ਲੇਕਿਨ ਮੈਂ ਤਾਂ ਜਦੋਂ ਇਹ ਸੋਚਦਾ ਕਿ ਅਸੀਂ ਇਸ ਵਕਤ ਦੁਨੀਆ ਦੇ ਥਿੰਕਿੰਗ ਦੇ ਵਿੱਚ ਸਭ ਤੋਂ ਜ਼ਿਆਦਾ ਬੈਕਵਰਡ ਸੀਗੇ ਔਰ ਅਜੇ ਵੀ ਹਾਂ। मैं और ज्यादा नहीं कहना चाहता। थैंक यू वेरी मच डॉक्टर साहब, आपका दोस्ती मेरे को कितना मेरी जिंदगी को बढ़ा रही है, यही मैं आपको ट्रिब्यूट देना चाहता हूँ। थैंक यू वेरी मच। बहुत बहुत मेहरबानी मेरे वीर। ਇਹ ਤਾਂ ਸੀ ਕਾਂਚੀ ਰਾਮ ਜੀ, ਖੁਸ਼ੀ ਰਾਮ ਜੀ ਸੌਰੀ, ਜਿਹੜੇ ਵੈਨਕੂਵਰ ਤੋਂ ਇਹਨਾਂ ਨੇ ਫੋਨ ਕੀਤਾ। ਮੈਂ ਇਹਨਾਂ ਦਾ ਵੀ ਬੜਾ ਮਦਈ ਹੈਗਾ ਕਿਉਂਕਿ ਇਹ 103 ਸਾਲ ਦੇ ਹੈ ਤੇ ਹਜੇ ਤੱਕ ਵੀ ਫਿਜ਼ੀਕਲੀ ਤੇ ਮੈਂਟਲੀ ਅਲਰਟ ਹੈਗੇ ਆ। ਐਂਡ ਆਮ ਰੀਲੀ ਗ੍ਰੇਟਫੁਲ ਟੂ ਖੁਸ਼ੀ ਰਾਮ ਜੀ ਨੂੰ ਜਿਹੜੇ ਕਿ ਮੇਰੇ ਪ੍ਰੋਗਰਾਮ ਨੂੰ ਲਾਈਕ ਕਰਦੇ ਤੇ ਉਹਦੇ ਵਿੱਚ ਹਿੱਸਾ ਵੀ ਲੈਂਦੇ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲ ਰਿਹਾ ਜੀ? ਹੈਲੋ ਹਰੀਸ਼ ਜੀ, ਸੂਰਜ ਸਾਂਝ। ਹਾਂ ਜੀ ਸੂਰਜ ਜੀ, ਤੁਸੀਂ ਕੀ ਕਹਿਣਾ ਚਾਹੁੰਦੇ ਲੂਈ ਪਾਸਚਰ ਬਾਰੇ? ਪਹਿਲੀ ਤਾਂ ਗੱਲ ਇਹ ਹੈਗੀ ਕਿ ਤੁਸੀਂ ਬੜਾ ਅੱਛਾ ਪ੍ਰੋਗਰਾਮ ਲੈ ਕੇ ਆਉਂਦੇ ਹਰ ਹਫ਼ਤੇ ਔਰ ਇਹ ਹੈਗਾ ਕਿ ਲੋਕਾਂ ਨੂੰ ਅੰਧ ਵਿਸ਼ਵਾਸ ਦੇ ਵਿੱਚੋਂ ਕੱਢਣ ਦੇ ਲਈ ਕਾਫੀ ਐਫਰਟ ਕਰ ਰਹੇ ਹਾਂ। ਥੈਂਕ ਯੂ। ਔਰ ਬਾਕੀ ਇਹ ਹੈ ਗੱਲ ਕਿ ਸਾਇੰਸ ਦਾ ਜਾਂ ਸਾਇੰਟੀਫਿਕ ਇਨੋਵੇਸ਼ਨ ਦਾ ਅੰਧ ਵਿਸ਼ਵਾਸ ਦੇ ਨਾਲ ਬੜਾ ਇੱਕ ਸਿੱਧਾ ਟੱਕਰਾ, ਇਹਦੇ ਨਾਲ ਇੱਕ ਸਿੱਧਾ। ਔਰ ਅੰਧ ਵਿਸ਼ਵਾਸ ਜਿਹੜਾ ਹੈਗਾ ਉਹ ਕਿਸੇ ਵੀ ਸੱਜਣ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦਾ। ਅੰਧ ਵਿਸ਼ਵਾਸ ਜਿਹੜਾ ਹੈਗਾ ਉਹ ਹਮੇਸ਼ਾ ਨਿਕਲਦਾ ਇਹ ਜਿਹੜੀਆਂ ਕਿ ਮਜ਼ਹਬੀ ਰਵਾਇਤਾਂ ਜਾਂ ਮਜ਼ਹਬਾਂ ਦੇ ਵਿੱਚੋਂ, ਔਰ ਉਹਨਾਂ ਨੂੰ ਪ੍ਰਫੁੱਲਤ ਰੱਖਣ ਲਈ ਕੋਸ਼ਿਸ਼ ਕੌਣ ਉਹਨਾਂ ਨੂੰ ਜਿੰਦਾ ਰੱਖਣ ਲਈ ਕੌਣ ਕੋਸ਼ਿਸ਼ ਕਰ ਰਿਹਾ? ਉਹ ਹੈਗੇ ਕਿ ਸਾਡੇ ਲੋਟੂ ਨਿਜ਼ਾਮ। ਲੋਟੂ ਨਿਜ਼ਾਮ ਜਿਹੜੇ ਹੈਗੇ ਉਹਨਾਂ ਨੂੰ ਇਹਦੇ ਵਿੱਚ ਬਹੁਤ ਫਾਇਦਾ, ਖਾਸ ਤੌਰ ਦੇ ਉੱਤੇ ਜੇ ਅਸੀਂ ਆਪਣੇ ਦੇਸ਼ ਜਿੱਥੋਂ ਅਸੀਂ ਆਏ ਹਾਂਗੇ, ਚਾਹੇ ਹਿੰਦੁਸਤਾਨ ਹੋਵੇ ਜਾਂ ਪਾਕਿਸਤਾਨ ਹੋਵੇ, ਉਹਨਾਂ ਦੇਸ਼ਾਂ ਦੇ ਵਿੱਚ ਕਿਉਂਕਿ
आज़ादी आउण तो बाद भी जिहड़ी गरीबी ते बेकारी आ वो घटी नहीं, सगों वधी आ, क्योंकि असल दे विच वो कोई सही आज़ादी नहीं है। और उन्हां नूं ये बहुत इस चीज़ का ख्याल रखना पैंदा है कि इन्हां लोगों नूं जिहड़ी आ किसी किस्म की अंध विश्वास दे विचों निकल ना जाण। ते जद तक बेशक इंडिविजुअली तुसीं बड़े एफर्ट करते हैं, लेकिन सानू इस गल वाल जरूर ध्यान देना चाहिए कि जिहड़े सिस्टम इस अंध विश्वास नूं बरकरार रखते हैं, जिस तरह के अज बड़ा तुसीं अच्छा टॉपिक लिआंदा कि माइक्रोबायोलॉजी दे उत्ते जिस साइंसदान ने खोज करके सानू दस्सिया हैगा कि किस तरह हवा दे विच चीज़ां जिहड़े जर्म जिहड़े हैगे जिहड़े सानू दिखदे नहीं वो भी जिहड़े जांदे चले जांदे ते सानू नुकसान पहुंचाउंदे। पर इन्हां चीज़ां दा फायदा वो जरूर लैंदे है कि जिहड़े कि राज करन वाले आ, लेकिन लोगों ताईं नहीं ये गल पहुंचण दिंदे कि तुहानू अंध विश्वास दे विचों निकलण दे लई की करना चाहिए, क्योंकि उन्हां नूं अंध विश्वास दे रखने च बहुत फायदा। बाकी ठीक आ, बड़े सज्जन जिहड़े कह रहे हैं कि अच्छियां गल्लां करदे है, लेकिन इस चीज़ वाल सानू सारिਆਂ ਨੂੰ ख्याल रखना चाहिए, ਇੱਥੇ होवे जां ਉੱਥੇ। ਇਹ ਜਿਹੜੇ ਲੋਟੂ ਨਿਜ਼ਾਮ ਆ ਇਹਨਾਂ ਦਾ ਇਹਦੇ ਚ ਸਪੈਸ਼ਲ ਇੰਟਰਸਟ ਹੁੰਦਾ ਹੈਗਾ ਕਿ ਲੋਕ ਜਿਹੜੇ ਹੈਗੇ ਉਹਨਾਂ ਨੂੰ ਪ੍ਰੋਗਰੈਸਿਵ ਐਜੂਕੇਸ਼ਨ ਜਾਂ ਪ੍ਰੋਗਰੈਸਿਵ ਨੌਲੇਜ ਨਾ ਮਿਲੇ ਔਰ ਉਹ ਜਿਹੜੇ ਹੈਗੇ ਇਹਨਾਂ ਵਹਿਮਾਂ ਦੇ ਵਿੱਚ ਪਏ ਰਹਿਣ ਔਰ ਇਹੀ ਕਹਿਣ ਕਿ ਜੇ ਗਰੀਬੀ ਆ ਤੇ ਤਦ ਰੱਬ ਨੇ ਦਿੱਤੀ ਹੈਗੀ ਤੇ ਜੇ ਬਿਮਾਰੀ ਆ ਤੇ ਇਹ ਰੱਬ ਨੇ ਦਿੱਤੀ ਤੇ ਉਹਨੇ ਹਟਾਉਣੀ ਆ। ਇਸ ਕਰਕੇ ਮੇਰਾ ਤਾਂ ਖਿਆਲ ਹੈਗਾ ਕਿ ਜਦ ਤੱਕ ਅਸੀਂ ਇਹਨੂੰ ਥੋੜਾ ਪੋਲੀਟੀਕਲ ਰੰਗ ਨਹੀਂ ਦਿੰਦੇ ਇਸ ਸੋਚ ਨੂੰ, ਉਹਨਾਂ ਚਿਰ ਤੱਕ ਸਾਡੇ ਐਫਰਟ ਜਿਹੜੇ ਹੈਗੇ ਠੀਕ ਆ, ਬੜੇ ਅੱਛੇ ਕਰ ਰਹੇ ਤੁਸੀਂ, ਪਰ ਸਾਨੂੰ ਜ਼ਰੂਰ ਇਹਨਾਂ ਚੀਜ਼ਾਂ ਵੱਲ ਧਿਆਨ ਦੇਣਾ ਚਾਹੀਦਾ ਹੈਗਾ ਕਿ ਕਿਹੜੇ ਤਰੀਕੇ ਦੇ ਨਾਲ ਅਸੀਂ ਇਹ ਜਿਹੜੇ ਲੋਟੂ ਨਿਜ਼ਾਮ ਆ ਇਹਨਾਂ ਦੇ ਅੰਦਰ ਨੂੰ ਘੋਖ ਸਕੀਏ। ਬਹੁਤ ਮਿਹਰਬਾਨੀ ਤੁਹਾਡੀ। बहुत बहुत मेहरबानी। ये तुसीं कामरेड सूरत दोसांझ होनी जिन्होंने अपने विचार साझे किए। फिर तो अजे भी 9 मिनट है जो तुसीं यानी कि कोई गल करनी चाहुंदे आ लुई पास्चर बारे, जिहड़ी कोई बीमारी ठमारी हैगी आ साडे तां कहंदे जी तां पिछले जन्मां दा कर्मां दा फल है, जां तां जिहदी किस्मत विच इदां सीगी, जां जी कोई टूना टामना यानी कि जिहड़े ये जोशी तां होर यानी कि धागा तवीत करन वाले आ पीर यानी कि जिहड़े बने फिरदे आ ओह तुहानूं लुੱਟਦੇ आ। हैलो जी, कौन जी कित्थों बोल रहे हैं जी? मैं यहाँ बर्मिंघम से बोल रही हूँ। हाँ जी, मुझे लगता है समय भी कम है, मैं शॉर्ट में ही बोलूँगी। सबसे पहले मैं इस शख्स की जो हमारी मेडिकल साइंस में देन है वो बहुत बड़ी देन है, और इसके जो डिस्कवरीज है जो कि प्रिंसिपल ऑफ वैक्सीनेशन है। एक सेकंड थोड़ा सा मेरा वो चल रहा है। हाँ, इसकी जो देन है हमारी प्रिंसिपल ऑफ वैक्सीनेशन जो है वो है। दूसरा है माइक्रोबायो फर्मेंटेशन पे इसने बड़ा काम किया है। तीसरा पेस्चराइजेशन पर किया है। लास्ट जो इसके नाम क्या तो है रिसर्च इन केमिस्ट्री, जो कि रिमार्केबल ब्रेक थ्रू है, जो कि अंडरस्टैंड बताता है कि जो भी बीमारियां उनके कॉजेज भी हैं और उनके प्रिवेंशन भी है। और इसकी यही थ्योरी जो है आज वो हेल्थ और पब्लिक हाइजीन और पब्लिक हेल्थ के ऊपर है, और मच मोर मेडिकेशन जो हम मॉडर्न टाइम पे बना रहे हैं इसकी थ्योरी को लेकर चलते हैं। और अगर देखा जाए तो जो हमारा जो मिल्क है जो कि हम एवरी डे यूज करते हैं और जो लोग वाइन पीते हैं, इनमें हाउ टू स्टॉप बैक्टीरिया, इसकी बहुत बड़ी देन है हमारे लिए, जो कि हमें इसके आभारी होना चाहिए। और इसने एक और जो कुत्ते काट लेते थे, हल्के हुए कुत्ते, मुझे याद है मेरे छोटे भाई को भी काट लिया था, तो उसको हम रोज हॉस्पिटल लेके जाते, 14 दिन हमें उसके हर रोज टीके लगवाते, बहुत बड़े बड़े जो कि स्टमक के चारों तरफ लगते थे, और वो हर रोज होता था, उसको डिफरेंट जगह से लेके जाते थे, जो कि सेव हो गया। पर इसने जब ये निकाला तो पहले कुत्तों को इसने हल्के हुए कुत्तों को ठीक किया, और अपनी जान की परवाह ना करते हुए जब उसका थूक ले रहा था, उसका जो उसकी एक उसके मुंह में भी चली गई थी, उसको परवाह ना करते कंटिन्यूज अपना काम किया। फिर बाद में उसने एक ऐसा टीका निकाला ना केवल कुत्तों पर बल्कि ऑल्सो इंसानों पर भी काम किया। और मुझे याद है जब मेरा भाई को हुआ तो हम सारे घबराए हुए थे। तो यही शख्स है, जब हम सोचते हैं कि इस शख्स ने हमारे लिए इतना किया, चिकन पॉक्स के देखो जो कि चिकन में थे, इंसानों के लिए किया। इस शख्स ने फ्रांस को उस टाइम की इरा में बहुत रिच कर दिया था, और लोगों ये एक बहुत मानव शख्स है, इतनी इसने डिस्कवरीज की, इतनी डिस्कवरी की लोगों के लिए। और इसको ये नहीं होता था कि मैं बहुत फेमस हूँ, मेरे को अपने नाम से ये कंटिन्यूस काम करता रहा। और इसका कहना था कि जो वर्क है वो पूजा है। जब आप अपने काम को वर्क को पूजा समझेंगे तभी तुम सक्सेस मिलने में बहुत है। और इतना बिजी था, सुन के मैं हैरान हो गया आपकी ये
कि अपनी शादी का लगी नहीं भूल गया, उसके दोस्त उसको बताने जा रहे हैं आज तुम्हारी शादी है, और ही इज वेरी लकी जिसका शादी हुई उसकी जो कंपेनियन थी बहुत ही अच्छी थी, जो कि इसके थ्रू लाइफ में इसका साथ दिया और इसके काम में उसकी मदद की। इतना कुछ करने के बाद मैं ये कहती हूँ कि हमारे अपने बच्चों को जब ये आप जो बता रहे हैं ये अगर हम उनको सुनाएं, आपके प्रोग्राम दिखाएं, जिनको पंजाबी आती है वो पंजाबी की किताबा लैके पढ़ सकते हो, सुन सकते, जिन्होंने नहीं भी आती है तो वो थोड़े प्रोग्राम देख के हिंदी च और पंजाबी सुन सकते, पढ़ नहीं सकते। जी कि इतने बच्चों की खासियत है, मैंने लगता है अपने इंग्लैंड में जितने भी बच्चे हैं वो पढ़ सकते हैं, पढ़ नहीं सकते पर वो समझते हैं, बोलते हैं। तो उन्होंने लिए बहुत चंगी चीज़ होगी कि अगर वो थोड़े प्रोग्राम देखन और जाके जो खुशीराम जी के व्यूज मैं ऑलवेज रिस्पेक्ट करती हूँ कि वो हमेशा आते हैं और उनके व्यूज मैं जरूर सुनना चाहती हूँ, और मैं हमेशा चाहती हूँ कि मैं लास्ट में आऊँ जिससे कि मैं सब लोगों के व्यूज सुनूँ। इतने अच्छे आपके जो पार्टिसिपेंट हैं उनके व्यूज इतने अच्छे हैं कि उनसे हर कोई तुम्हारे इस बुक से और उनसे हम बहुत कुछ लर्न करते हैं। और इसी तरह आप ये जो काम कर रहे हैं आपके मैं सैल्यूट जो कि आप सब लोग की जानकारी में आप इतना मदद करते हैं। जहाँ एक तरफ लुईस पास्चर है वो अपने काम करके क्या, दूसरी तरफ आप जैसे लोग उनकी जो कार्य किए हैं उनके बारे में लोगों को बताते हैं, और जिससे कि आज कितने ही लोगों ने आपका प्रोग्राम देखा होगा पूरे अदर कंट्री से और उनको कितना आपने ज्ञान दिया होगा। थैंक यू, उसके लिए मैं करती हूँ। बहुत बहुत मेहरबानी जी। अजय भी मैं तो ਨੀਅਰਲੀ 4.5 मिनट है जो तुसी भी पार्टिसिपेट करना चाਹੁੰਦੇ ਆ इस महान शख्सियत के जीवन बारे कोई गल करनी चाਹੁੰਦੇ ਆ। ਜਿਹੜੀਆਂ ਮਿੱਥਾਂ ਹੈਗੀਆਂ ਇਹਨਾਂ ਸਾਇੰਸਦਾਨਾਂ ਨੇ ਤੋੜੀਆਂ, ਜਿਹੜਾ ਕਿਸਮਤਬਾਦ ਜਾਂ ਕਿਹੜਾ ਹੈਗਾ ਪਿਛਲੇ ਜਨਮਾਂ ਦਾ ਕਰਮਾਂ ਦਾ ਫਲ ਫੂਲ, ਜਿਹੜਾ ਯਾਨੀ ਕਿ ਇਹੋ ਜਿਹੀਆਂ ਢਕੌਂਸਲੇ ਜਿਹੇ ਜਿਨ੍ਹਾਂ ਦਾ ਕੋਈ ਮਕਸਦ ਨਹੀਂ ਹੈ, ਜਿਨ੍ਹਾਂ ਦਾ ਕੋਈ ਲੁੱਟਣ ਤੋਂ ਬਿਨਾਂ ਕੋਈ ਮਤਲਬ ਨਹੀਂ ਕੋਈ ਵੀ ਹੈ, ਉਹੋ ਜਿਹੀਆਂ ਗੱਲਾਂ ਵਿੱਚ ਅਸੀਂ ਲੋਕਾਂ ਨੂੰ ਪਾਈ ਰੱਖਦੇ ਹਾਂ। ਟੂਣੇ ਟਾਮਣੇ ਕਰਨੇ ਨੇ, ਤੇਰਾ ਜਿਹੜਾ ਹੈ ਕਿਸਮਤ ਚੇਂਜ ਹੋ ਜੂਗੀ, ਤੇਰੀ ਬਿਮਾਰੀ ਠੀਕ ਹੋ ਜੂਗੀ, ਇਹ ਧਾਗਾ ਜਾਣੀ ਕਿ ਜਿਹੜਾ ਤਬੀਤ ਅਤੇ ਜਿਹੜਾ ਝਾੜ ਫੂਕ ਜਾਣੀ ਕਿ ਜਿਹੜਾ ਅਸੀਂ ਕਰਾਉਣੇ ਹੈਗੀ, ਨਾਲੇ ਤਾਂ ਉਹਨਾਂ ਤੋਂ ਬੂਝੜ ਅਤੇ ਮਹਾਮੂਰਖਾਂ ਤੋਂ ਲੁੱਟ ਕਰਾਉਣੇ ਹੈਗੇ ਆ। ਅਤੇ ਨਾ ਇਹਨਾਂ ਨੇ ਕਦੀ ਸਕੂਲ ਦੇ ਕਦੀ ਮੂੰਹ ਤੱਕ ਨਹੀਂ ਦੇਖਿਆ ਹੁੰਦਾ, ਸਕੂਲ ਦੇ ਉਹਨਾਂ ਨੂੰ ਸਪੈਲਿੰਗ ਤੱਕ ਨਹੀਂ ਆਉਂਦੇ ਹੈ, ਉਹਨਾਂ ਤੋਂ ਅਸੀਂ ਇਲਾਜ ਆਪਣਾ ਕਰਾਉਣ ਜਾਂਦੇ ਹਾਂ। ਇਹ ਸਾਡੀ ਜਹਾਲਤ ਦਾ ਵੀ ਜਨਾਜ਼ਾ ਹੈਗਾ ਅਤੇ ਇਹ ਜਾਣੀ ਕਿ ਉਹਨਾਂ ਦਾ ਵੀ ਜਨਾਜ਼ਾ ਹੈਗਾ, ਅਤੇ ਸਾਡੀ ਸਭਿਅਤਾ ਦਾ ਜਿਹਨੂੰ ਅਸੀਂ ਸਭਿਅਤਾ ਕਹਿੰਦੇ ਹਾਂ ਉਹਦਾ ਵੀ ਜਨਾਜ਼ਾ ਹੈਗਾ, ਸਾਡੇ ਲੋਕਾਂ ਦਾ ਵੀ ਜਨਾਜ਼ਾ ਹੈ। ਇਸ ਕਰਕੇ ਇਹਨਾਂ ਮਹਾਨ ਸ਼ਖਸੀਅਤਾਂ ਨੂੰ ਪੜ੍ਹਨਾ, ਆਪਣੇ ਬੱਚਿਆਂ ਨੂੰ ਦੱਸਣਾ, ਆਪਣੇ ਦੋਸਤਾਂ ਮਿੱਤਰਾਂ ਨਾਲ ਗੱਲ ਕਰਨੀ, ਇਹ ਬਹੁਤ ਜ਼ਿਆਦਾ ਜ਼ਰੂਰੀ ਹੈ। ਇਹਨਾਂ ਲੋਕਾਂ ਦੀ ਦੇਣ ਕਰਕੇ ਹੀ ਅਸੀਂ ਅੱਜ ਆਪਣੇ ਆਪ ਨੂੰ ਸਿਵਲਾਈਜ਼ ਹੋਣੇ ਹੈਗੇ ਹਾਂ, ਅੱਜ ਅਸੀਂ ਬਿਮਾਰੀਆਂ ਤੋਂ ਰਹਿਤ ਹੈਗੇ ਹਾਂ। ਇਹਨਾਂ ਲੋਕਾਂ ਦੀ ਮਿਹਰਬਾਨੀ ਕਰਕੇ ਜਿਹੜਾ ਹੈਗਾ ਸਾਨੂੰ ਕਈ ਤਰ੍ਹਾਂ ਦੇ ਇਲਾਜ, ਕਈ ਤਰ੍ਹਾਂ ਦੀਆਂ ਗੋਲੀਆਂ ਜਿਹੜੀਆਂ ਸਾਨੂੰ ਬਿਮਾਰੀ ਤੋਂ ਦੂਰ ਰੱਖਦੀਆਂ ਹੈਗੀਆਂ, ਉਹ ਇਹਨਾਂ ਦੀਆਂ ਮਿਹਰਬਾਨੀਆਂ ਹੈ। ਜੇ ਇਹ ਲੋਕ ਦੁਨੀਆ ਵਿੱਚ ਨਾ ਹੁੰਦੇ ਤਾਂ ਅਸੀਂ ਬਹੁਤ ਦੇਰ ਦੇ ਜਾਣੀ ਕਿ ਮਰ ਚੁੱਕੇ ਹੁੰਦੇ, ਕਿਉਂਕਿ ਜਿਹੜੀ ਪਹਿਲੀ ਜੇ ਤੁਸੀਂ ਐਵਰੇਜ ਉਮਰ ਦੇਖਦੇ ਹੈਗੇ ਤਾਂ 40 ਸਾਲ ਤੱਕ ਬੰਦਾ ਜੀਂਦਾ ਸੀਗਾ। ਉਸ ਤੋਂ ਬਾਅਦ ਹੌਲੀ ਹੌਲੀ ਉਮਰ ਜਿਹੜੀ ਵਧੀ ਹੈਗੀ ਆ, ਹੁਣ ਲੋਕ ਜਿਹੜੇ ਹੈਗੇ 80 ਸਾਲਾਂ ਤੋਂ ਉੱਪਰ, 90 ਸਾਲ ਤੋਂ ਉੱਪਰ ਵੀ, ਜਿਸ ਤਰ੍ਹਾਂ ਖੁਸ਼ੀਰਾਮ ਜੀ ਜਿਹੜੇ ਹੈਗੇ ਆ 103 ਸਾਲ ਦੇ ਹੈ। ਯਾਨੀ ਕਿ ਇਹ ਤਾਂ ਹੀ ਸੰਭਵ ਹੋਇਆ ਹੈਗਾ, ਇਹ ਨਹੀਂ ਹੈਗਾ ਤੁਹਾਡੀ ਜੀਵਨ ਸ਼ੈਲੀ ਵੀ ਅਤੇ ਪਲੱਸ ਯਾਨੀ ਕਿ ਜਿਹੜਾ ਮੈਡੀਸਨ ਹੈਗੀ ਆ, ਜਿਹੜਾ ਮੈਡੀਕਲ ਦੀ ਦੇਣ ਹੈਗੀ, ਜਿਹੜੀ ਇਹਨਾਂ ਸਾਇੰਸਦਾਨਾਂ ਨੇ ਜੇ ਇਸ ਮੈਡੀਕਲ ਦੇ ਵਿੱਚ ਜਿਹੜਾ ਯੋਗਦਾਨ ਪਾਇਆ ਹੈਗਾ ਉਹਨੂੰ ਅਸੀਂ ਅੱਖੇ ਪਰੋਖੋਂ ਨਹੀਂ ਕਰ ਸਕਦੇ। ਸੋ ਇਸ ਕਰਕੇ ਇਹਨਾਂ ਮਹਾਨ ਸ਼ਖਸੀਅਤਾਂ ਨੇ ਜੋ ਸਾਡੇ ਲਈ ਕੀਤਾ ਉਹਨਾਂ ਨੂੰ ਯਾਦ ਜ਼ਰੂਰ ਕਰੋ, ਆਪਣੇ ਬੱਚਿਆਂ ਨੂੰ ਦੱਸੋ, ਆਪਣੇ ਦੋਸਤ ਮਿੱਤਰਾਂ ਨੂੰ ਦੱਸੋ, ਆਪਣੇ ਰਿਸ਼ਤੇਦਾਰਾਂ ਨੂੰ ਦੱਸੋ। ਇਹ ਉਹਨਾਂ ਦੀਆਂ ਮਿਹਰਬਾਨੀਆਂ ਹੈਗੀਆਂ ਜਿਨ੍ਹਾਂ ਦੇ ਅਸੀਂ ਨਾ ਸ਼ੁਕਰੇ ਬਣੇ ਹੈਗੇ, ਉਹਨਾਂ ਦਾ ਸ਼ੁਕਰਗੁਜ਼ਾਰ ਵੀ ਨਹੀਂ ਹੁੰਦੇ ਵੀ ਇਹਨਾਂ ਨੇ ਸਾਡੇ ਲਈ ਕੀ ਕੁਛ ਕੀਤਾ ਹੈਗਾ। ਅਤੇ ਜਿਹੜੀਆਂ ਚੀਜ਼ਾਂ ਨੇ ਜਿਹਨਾਂ ਸਾਡਾ ਕੁਛ ਵੀ ਨਹੀਂ ਕੀਤਾ ਹੁੰਦਾ, ਜਿਹਨਾਂ ਨੂੰ ਸਾਨੂੰ ਭੰਬਲ ਭੂਸੇ ਵਿੱਚ ਪਾਇਆ ਹੈਗਾ, ਉਹਨਾਂ ਦੀ ਅਸੀਂ ਬਰਸੀਆਂ ਵੀ ਮਨਾਉਂਦੇ ਹਾਂ, ਉਹਨਾਂ ਦੇ ਜਨਮ ਦਿਨ ਵੀ ਮਨਾਉਂਦੇ ਹਾਂ, ਅਤੇ ਉੱਥੇ ਲੱਖਾਂ ਕਰੋੜਾਂ ਰੁਪਈਏ ਅਸੀਂ ਬਰਬਾਦ ਕਰਦੇ ਹੈਗੇ ਹਾਂ। ਆ ਜਿਹੜੇ ਲੱਖਾਂ ਦੇ ਦਾਤੇ ਅਤੇ ਹੋਰ ਕਈ ਤਰ੍ਹਾਂ ਦੇ ਦਾਤੇ, ਜੁਗਤੀ ਬਾਬਾ ਦੇ ਖਰੇ ਪਤਾ ਨਹੀਂ ਕਿਹੜੇ ਕਿਹੜੇ ਬਾਬੇ ਯਾਨੀ ਕਿਹੜੇ ਹੈਗੇ ਉੱਥੇ ਪੈਦਾ ਹੋਏ ਆ, ਉੱਥੇ ਉਹਨਾਂ ਦੀਆਂ ਮੱਟੀਆਂ, ਉੱਥੇ ਉਹਨਾਂ ਦੀਆਂ ਕਬਰਾਂ ਬਣਾਈਆਂ, ਉਹਨਾਂ ਨੂੰ ਅਸੀਂ ਪੂਜੀ ਜਾ ਰਹੇ ਹਾਂ। ਸੋ ਇਸ ਕਰਕੇ ਬਹੁਤ ਜ਼ਰੂਰੀ ਹੈਗਾ ਸੱਚਾਈ ਨੂੰ ਜਾਣੋ ਵੀ ਜਿਹੜਾ ਹੈਗਾ ਜਿਹਨਾਂ ਲੋਕਾਂ ਨੇ ਜਿਹੜਾ ਜ਼ਿੰਦਗੀ ਨੂੰ ਸੁਖਾਲੀ ਬਣਾਉਣ ਦੇ ਇਨਸਾਨੀਅਤ ਲਈ ਕੁਛ ਕੀਤਾ ਹੈਗਾ, ਅਤੇ ਨਾਲੇ ਉਹਨਾਂ ਪੋਲੀਟੀਸ਼ੀਅਨਸ ਦਾ ਵੀ ਤੁਸੀਂ ਭਾਂਡਾ ਫੋੜੋ ਜਿਨ੍ਹਾਂ ਨੇ ਯਾਨੀ ਕਿ ਤੁਹਾਨੂੰ ਯੂਜ਼ ਕਰ ਰਿਹਾ, ਤੁਹਾਨੂੰ ਅਬਿਊਜ਼ ਕਰ ਰਿਹਾ ਹੈ। ਉਹਨਾਂ ਦੇ ਲਈ ਜਿਸ ਤਰ੍ਹਾਂ ਸੂਰਤ ਦਸਾਂਝ ਹੋਣਾ ਨੇ ਕਿਹਾ ਸੀਗਾ, ਉਹ ਇਹੋ ਜਿਹਾ ਲੋਕਾਂ ਨੂੰ ਯੂਜ਼ ਕਰਦੇ ਹੈਗੇ ਆ ਤਾਂ ਕਿ ਲੋਕਾਂ ਨੂੰ ਮੂਰਖ ਬਣਾਇਆ ਜਾ ਸਕੇ, ਉਹਨਾਂ ਨੂੰ ਲੁੱਟਿਆ ਜਾ ਸਕੇ, ਉਹਨਾਂ 'ਤੇ ਕਾਠੀ ਪਾਈ ਜਾ ਸਕੇ, ਉਹਨਾਂ ਨੂੰ ਸਦਾ ਲਈ ਗੁਲਾਮ ਜ਼ਹਿਨੀਅਤ ਵਿੱਚ ਰੱਖਿਆ ਜਾ ਸਕੇ, ਅਤੇ ਉਹ ਗੁਲਾਮੀ ਦੀ ਜ਼ਿੰਦਗੀ ਜੀਂਦੇ ਰਹਿਣ ਅਤੇ ਇਸੇ ਵਹਿਮਾਂ ਭਰਮਾਂ 'ਚ ਪੈ ਰਹਿਣ। ਇਸ ਕਰਕੇ ਸਾਇੰਸਦਾਨਾਂ ਬਾਰੇ ਪੜ੍ਹਨਾ ਬਹੁਤ ਜ਼ਰੂਰੀ ਹੈ, ਅਤੇ ਉਹਨਾਂ ਦੀਆਂ ਘਾਲਣਾ ਜਿਹੜੀਆਂ ਕਾਲੀਆਂ, ਉਹਨਾਂ ਦੇ ਅਪਸ ਐਂਡ ਡਾਊਨਸ, ਉਹ ਵੀ ਦੇਖਣ ਵਾਲੀ ਗੱਲ ਹੈ। ਇਹ ਵੀ ਦੇਖਣ ਵਾਲੀ ਗੱਲ ਹੈਗੀ ਆ ਕਿ ਇਹ ਸਾਇੰਸਦਾਨ ਗਰੀਬ ਪਰਿਵਾਰਾਂ ਵਿੱਚੋਂ
ਸੀਗੇ, ਜਿਸ ਤਰ੍ਹਾਂ ਇਹਦਾ ਬਾਪ ਯਾਨੀ ਕਿ ਜਿਹੜਾ ਸੀ ਚਮੜੇ ਰੰਗਣ ਦਾ ਕੰਮ ਕਰਦਾ ਸੀ, ਅਤੇ ਸਾਡੇ ਚਮੜੇ ਰੰਗਣ ਵਾਲਿਆਂ ਨੂੰ ਕੀ ਕਹਿੰਦੇ ਹੈਗੇ ਆ, ਅਤੇ ਇਹ ਤੁਹਾਨੂੰ ਵੀ ਪਤਾ ਅਤੇ ਮੈਨੂੰ ਵੀ ਪਤਾ ਹੈਗਾ। ਇੱਥੇ ਆਣ ਕੇ ਅਸੀਂ ਬਾਹਰਲੇ ਮੁਲਕਾਂ ਵਿੱਚ ਆਣ ਕੇ ਹਰ ਤਰ੍ਹਾਂ ਦਾ ਕੰਮ ਕਰਨ ਨੂੰ ਤਿਆਰ ਹਾਂ, ਪਰ ਉੱਥੇ ਜਿਹੜੀਆਂ ਸਾਡੀਆਂ ਜਾਤਾਂ ਪਾਤਾਂ ਵੀ ਉੱਭਰ ਕੇ ਬਾਹਰ ਆਉਂਦੀਆਂ, ਇਹ ਤਾਂ ਜੀ ਫਲਾਨੀ ਬੰਦਾ ਆਣ ਕੇ ਕੰਮ ਕਰਦਾ ਹੈਗਾ, ਇਹ ਤਾਂ ਜੀ ਫਲਾਨੀ ਜਾਤ ਦਾ ਕੰਮ ਕਰਦਾ, ਮੈਂ ਤਾਂ ਨਹੀਂ ਇਹ ਕੰਮ ਕਰਦਾ। ਸੋ ਇਹ ਜਿਹੜੀਆਂ ਗੱਲਾਂ ਹੈਗੀਆਂ ਇਹਨਾਂ ਸਾਇੰਸਦਾਨਾਂ ਦੀਆਂ ਜੀਵਨੀਆਂ ਤੋਂ ਸਿੱਖਣ ਦੀਆਂ ਹੈਗੀਆਂ, ਉਹਨਾਂ ਦੀ ਮਹਾਨ ਲਗਨ ਵਰਕ ਇਜ਼ ਵਰਕਸ਼ਾਪ ਯਾਨੀ ਜਿਹੜਾ ਉਹਨਾਂ ਨੇ ਕਿਹਾ ਹੈਗਾ ਵੀ ਜਿਹੜਾ ਕੰਮ ਹੈਗਾ ਇਹੀ ਵਰਸ਼ਿਪ ਹੈਗੀ ਆ, ਇਹੀ ਪੂਜਾ ਹੈਗੀ ਆ। ਇਹਨਾਂ ਨੇ ਕੰਮ ਨੂੰ ਅਹਿਮੀਅਤ ਦਿੱਤੀ ਹੈਗੀ ਆ। ਇਸ ਬੰਦੇ ਨੂੰ ਆਪਣੇ ਵਿਆਹ ਦੀ ਜਾਣੀ ਕਿ ਤਰੀਕ ਤੱਕ ਨਹੀਂ ਸੀ ਯਾਦ, ਜਿਸ ਦਿਨ ਇਹਦਾ ਵਿਆਹ ਸੀਗਾ ਇਹਨੂੰ ਯਾਦ ਕਰਾਉਣਾ ਪਿਆ ਇਹਦੇ ਦੋਸਤਾਂ ਮਿੱਤਰਾਂ ਨੂੰ। ਸੋ ਇਹ ਬੰਦੇ ਸਾਰੀ ਉਮਰ ਆਪਣੀ ਲਗਨ ਵਿੱਚ ਲੱਗੇ ਰਹੇ, ਉਹਨਾਂ ਨੇ ਬਹੁਤ ਵੱਡੀਆਂ ਵੱਡੀਆਂ ਕਾਢਾਂ ਕੱਢੀਆਂ। ਇਹ ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਦੇ ਹੈਗੇ ਆ, ਇਹਦੇ ਬਾਰੇ ਸਾਨੂੰ ਫੀਡਬੈਕ ਜ਼ਰੂਰ ਦਿਓ। ਅਤੇ ਮੈਂ ਤੁਹਾਡੇ ਸਾਰਿਆਂ ਹੀ ਕਾਲਰਸ ਦਾ ਅਤੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ, ਜੋ ਤੁਸੀਂ ਮੈਨੂੰ ਮਾਣ ਸਨਮਾਨ ਦਿੰਦੇ ਹੈਗੇ ਆ। ਤੁਸੀਂ ਮੈਨੂੰ ਗਾਹੇ ਬਗਾਏ ਸਜੈਸ਼ਨ ਵੀ ਦਿੰਦੇ ਆ, ਅਤੇ ਮੈਂ ਉਹਨਾਂ ਸਜੈਸ਼ਨਸ ਨੂੰ ਜਿਹੜਾ ਹੈਗਾ ਆਪਣੇ ਪ੍ਰੋਗਰਾਮ ਨੂੰ ਹੋਰ ਵੀ ਜ਼ਿਆਦਾ ਇੰਪਰੂਵ ਕਰਨ ਦੇ ਲਈ ਆਪਣੇ ਪ੍ਰੋਗਰਾਮ ਵਿੱਚ ਸ਼ਾਮਲ ਕਰਨ ਦੀ ਕੋਸ਼ਿਸ਼ ਕਰਦਾ। ਅਗਲੇ ਹਫ਼ਤੇ ਤੁਹਾਡੇ ਲਈ ਮੈਂ ਕੋਈ ਹੋਰ ਮਹਾਨ ਸ਼ਖਸੀਅਤ ਬਾਰੇ ਜਿਹੜਾ ਹੈਗਾ ਚਰਚਾ ਕਰੂੰਗਾ, ਅਤੇ ਮੈਨੂੰ ਉਮੀਦ ਹੈ ਕਿ ਤੁਸੀਂ ਆਪ ਵੀ ਇਹਦੇ ਵਿੱਚ ਪਾਰਟੀਸਪੇਟ ਕਰੋਗੇ, ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਪਾਰਟੀਸਪੇਟ ਕਰਨ ਲਈ ਕਹੋਗੇ, ਅਤੇ ਹੋਰਾਂ ਨੂੰ ਵੀ ਕਹੋਗੇ ਤੁਸੀਂ ਇਹ ਪ੍ਰੋਗਰਾਮ ਜ਼ਰੂਰ ਦੇਖਣ। ਇਹ ਤੁਹਾਡੇ ਸਹਿਯੋਗ ਦੇ ਨਾਲ ਹੀ ਪ੍ਰੋਗਰਾਮ ਜਿਹੜਾ ਹੈਗਾ ਇਹ ਕਾਮਯਾਬ ਹੁੰਦਾ। ਜੇ ਤੁਸੀਂ ਸਹਿਯੋਗ ਨਾ ਦਿਓ ਤਾਂ ਮੈਂ ਕਿਹੜਾ ਹੈਗਾ ਪੜ੍ਹ ਕੇ ਘਰ ਨੂੰ ਚੱਲ ਜੂੰਗਾ। ਤੁਸੀਂ ਸੁਣਦੇ ਆ ਨਹੀਂ ਸੁਣਦੇ, ਇਟਸ ਅਪ ਟੂ ਯੂ, ਤੁਸੀਂ ਉੱਤੇ ਕੀ ਗੌਰ ਕਰਦੇ ਹੈਗੇ ਆ, ਇਟਸ ਅਪ ਟੂ ਯੂ। ਪਰ ਮੇਰੀ ਇਹ ਆਪਣੇ ਮਨ ਨੂੰ ਜ਼ਰੂਰ ਤਸੱਲੀ ਹੈ ਕਿ ਮੈਂ ਐਮ ਡੂਇੰਗ ਸਮਥਿੰਗ ਟੂ ਐਜੂਕੇਟ ਦ ਪੀਪਲ, ਟੂ ਗਿਵ ਦੈਮ ਅਵੇਅਰਨੈਸ, ਤਾਂ ਕਿ ਵਹਿਮਾਂ ਭਰਮਾਂ ਵਿੱਚ ਫਸ ਸਕਣ ਅਤੇ ਅਸੀਂ ਗ੍ਰੇਟਫੁਲ ਹੋਈਏ ਉਹਨਾਂ ਮਹਾਨ ਸ਼ਖਸੀਅਤਾਂ ਜਿਹਨਾਂ ਸਾਡੀ ਬਹੁਤ ਕੁਝ ਹੈ। ਹੈਵ ਅ ਗੁੱਡ ਡੇ, ਬਾਏ ਬਾਏ, ਥੈਂਕ ਯੂ।